जिन्हां सूरवीर योद्धिਆਂ ने हस हस के फांसी के रस्से चुमे अज उन्हां दे परिवार मंदहाली दे विचों गुजर रहे हैं। फांसी की सज़ा मुआफ़ी के लिए शर्त रखी गई पर हज़ारा सिंह दे वल्लों उस शर्त नूं भी ठुकरा दिता। इत्थों तक कि अंग्रेज़ के मूँह ते थुक के उसनूं इसका करड़ा जवाब भी दिता गया। ਜਿਹੜੀ ਵੀ ਇਹਨਾਂ ਦੀ ਉਸ ਵੇਲੇ ਡਿਊਟੀ ਲੱਗੀ ਜਸੂਸੀ ਦੀ, ਇਹ ਜਸੂਸੀ ਦੀ ਡਿਊਟੀ ਕਰਦੇ ਕਰਦੇ ਕੋਹੀਮਾ ਜਿਹੜਾ ਫਰੰਟ ਆ ਉੱਥੇ ਜਿਹੜੀ ਆ ਅੰਗਰੇਜ਼ ਗਵਰਨਮੈਂਟ ਉਹਨਾਂ ਨੇ ਇਹਨਾਂ ਨੂੰ ਫੜ ਲਿਆ। ਪਰ ਇਹਨਾਂ ਨੇ ਕਿਸੇ ਉਹਨਾਂ ਦੇ ਕੀਤੇ ਜ਼ੁਲਮ ਦੀ ਪਰਵਾਹ ਨਹੀਂ ਕੀਤੀ ਤੇ ਉਲਟਾ ਉਹਨਾਂ ਦੇ ਮੂੰਹ ਤੇ ਥੁੱਕਿਆ, ਉਹਨਾਂ ਦੀ ਹਰੇਕ ਚੀਜ਼ ਨੂੰ ਠੁਕਰਾਇਆ। कहते इन्हों के परिवार के नाल उस समय शर्त भी रख ली गई सी हज़ारा सिंह होरां दे परिवार के नाल भी आपां माफ़ जिहड़ी है सज़ा माफ़ कर देंगे, की शर्त सी? सरकार ने शर्त नहीं सी रखी, इन्हां दी माता गई सी उन्होंने जिसले मिलन गई भी तेरा जिहड़ा लड़का है छोटा 2 साल का है भी तू माफ़ी क्यों नहीं मंग लैंदा, घट तो घट भी जिहड़े गाहां बच्चे तो पाल लेगा। तो उन्हें कहा जी भी जो मेरा बाप गुजरिया भी उदों मेरी भी 2 साल की उम्र सी, परमात्मा ने मेरा भी रिजक बनाया सी, सब कुछ हो जाना है पर मैं माफ़ी नहीं मंगनी। मूँह का लाल सी रंग तो 5-10 मिनट लेट हो गए सी। उन्होंने कहा जल्दी करो, उन्होंने अंग्रेज़ों को गालां कढ़ के अपनी फांसी ली। मूँह का लाल सी रंग तो 5-10 मिनट लेट हो गए सी। उन्होंने कहा जल्दी करो, उन्होंने अंग्रेज़ों को गालां कढ़ के अपनी फांसी ली। इस वेले सारे इन्हां दी हालात ये आ भी ਜਿਹੜੇ ਕਿਤੇ ਬਿਮਾਰ ਹੋ ਜਾਣ, ਇਹਨਾਂ ਦਾ ਜਿਹੜਾ ਲੜਕਾ ਆ ਉਹ ਰੇਲ ਗੱਡੀ 'ਚੋਂ ਡਿੱਗ ਪਿਆ ਸੀ, ਉਹਦਾ ਜਿਹੜਾ ਉਹ ਮਾਨਸਿਕ ਤੌਰ ਤੇ ਸਹੀ ਨਹੀਂ ਆ, ਮਤਲਬ ਇਹਨਾਂ ਨੂੰ ਕੋਈ ਲਿਜਾਣ ਵਾਲਾ ਵੀ ਹੈ ਨਹੀਂ। ਹਾਂਜੀ ਹੁਣ ਵੀ ਕੁੜੀ ਕਹੀ ਸੀ ਕਹਿੰਦੀ ਮੰਮੀ ਜੇ ਅਸੀਂ ਤਾਂ ਪੈ ਸੌਂਦੇ ਸੀ, 5 ਅੰਦਰ ਆਉਂਦਾ ਪਾਣੀ, ਸਭ ਅੰਦਰ ਆਉਂਦਾ ਹੈ। ਜਦੋਂ ਅੱਜ ਵੀ ਤੁਸੀਂ ਤਸਵੀਰ ਦੇਖਦੇ ਹੋਗੇ ਸ਼ਹੀਦ ਹਜ਼ਾਰਾ ਸਿੰਘ ਜੀ ਹੋਰਾਂ ਦੀ, ਤਾਂ ਅੱਜ ਵੀ ਦੇਸ਼ ਦੇ ਵਿੱਚ ਉਹ ਦੇਸ਼ ਭਗਤੀ ਦਾ ਜਜ਼ਬਾ ਮਨ ਦੇ ਵਿੱਚ ਆਉਂਦਾ। ਹਾਲਾਂਕਿ ਦੁੱਖ ਵੀ ਆਉਂਦਾ ਹੋਊਗਾ ਵੀ ਸਰਕਾਰਾਂ ਨੇ ਅੱਜ ਤੱਕ ਬਾਤ ਹੀ ਨਹੀਂ ਪੁੱਛੀ। ਮੈਂ ਟੀਵੀ ਖੋਲ੍ਹ ਕੇ ਦੇਖਦੀ, ਮੈਂ ਬਹੁਤ ਰੋਂਦੀ ਹਾਂ, ਉਸ ਟਾਈਮ ਰੋਂਦੀ ਹਾਂ ਮੈਂ। ਸਾਡਾ ਵੀ ਕੋਈ ਹੁੰਦਾ, ਸਾਨੂੰ ਵੀ ਕੋਈ ਪੁੱਛਦਾ, ਵੈਸੇ ਵੇਲੇ ਕੋਈ ਨਹੀਂ। ਕਿੰਨਾ ਚਿਰ ਉਹਨੇ ਆਪਣੀ ਹਿਰਾਸਤ 'ਚ ਰੱਖਿਆ, ਕਿੰਨਾ ਟੌਰਚਰ ਕੀਤਾ ਹੋਊਗਾ, ਕਿੰਨੀਆਂ ਚੀਜ਼ਾਂ ਸਹਿਣ ਕਰ ਕਰਕੇ ਇਸ ਮੁਕਾਮ ਤੱਕ ਪਹੁੰਚੇ। ਕੀ ਗੱਲ ਇਹਨਾਂ ਦਾ ਕੋਈ ਹੱਕ ਨਹੀਂ ਸੀ ਵੀ ਜਿਨ੍ਹਾਂ ਨੇ ਦੇਸ਼ ਦੀ ਗੱਲ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਦੇ ਦਿੱਤੀਆਂ, ਉਹਨਾਂ ਦੇ ਵਾਰਸਾਂ ਨੂੰ ਕੋਈ ਪੈਨਸ਼ਨ ਨਹੀਂ, ਕੋਈ ਨੌਕਰੀ ਨਹੀਂ। ਸਾਰੇ ਤਾਂ ਰਿਸ਼ਤੇਦਾਰ ਆ, ਮੈਨੂੰ ਦਿੰਦ ਕਰਦੇ ਆ ਕੱਪੜੇ, ਜਿਹੜੇ ਮੈਨੂੰ ਉਹ ਭੇਜਦੇ ਆ, ਜਦੋਂ ਕੋਈ ਚੀਜ਼ ਦੀ ਲੋੜ ਹੈ ਉਹ ਮੈਨੂੰ ਭੇਜ ਦਿੰਦੇ ਆ। ਸਾਰਾ ਗੁਜ਼ਾਰਾ ਬਹੁਤ ਔਖਾ ਹੈ। ਹੁਣ ਵੀ ਤੁਸੀਂ ਅੰਦਰ ਦੇਖ ਸਕਦੇ ਆ ਵੀ ਉਹ ਕੁਝ ਬਾਲੇ ਤਾਂ ਇਹਨੇ ਬਦਲਾ ਲਏ ਆ, ਅਜੇ 1-2 ਬਾਲਿਆਂ ਨੂੰ ਸੇਕ ਲੱਗੀ ਹੋਈ ਹੈ। ਉਹ ਕਦੋਂ ਡਿੱਪਣ ਮਤਲਬ ਕੁਝ ਵੀ ਨੁਕਸਾਨ ਹੋ ਸਕਦਾ, ਜਾਨੀ ਮਾਲੀ ਕੁਝ ਵੀ ਹੋ ਸਕਦਾ। ਦੇਸ਼ ਆਜ਼ਾਦ ਨਹੀਂ ਕਰਾਇਆ, ਉਹਨਾਂ ਆਸਰੇ ਅਸੀਂ ਆਜ਼ਾਦੀ ਤਾਂ ਨਹੀਂ ਕਮਾਉਂਦੇ ਆ ਵੀ ਜੇ ਉਹਨਾਂ ਲਈ ਨਹੀਂ ਤੁਸੀਂ ਕਰ ਸਕਦੇ ਫਿਰ ਸਰਕਾਰਾਂ ਦਾ ਕੀ ਫਾਇਦਾ। सत श्री अकाल, हमदर्द टीवी देख रहे दर्शकों का स्वागत है। मैं हाँ सुखविंदर सिंह। देश 75वां आज़ादी दिहाड़ा मना रहा है, खुशियां मनाइया जा रही ने और इस आज़ादी नूं मान भी रहा है। पर बड़े दुख की गल है कि इस आज़ादी दे लई जिन्हां सूरवीर योद्धियां ने हस हस के फांसी के रस्से चुमे अज उन्हां दे परिवार मंदहाली दे विचों गुजर रहे हैं। असीं इस टाइम ਚੱਬੇਵਾਲ ਦੇ ਪਿੰਡ ਜੰਗਲੀਆਣਾ ਦੇ ਵਿੱਚ ਮੌਜੂਦ ਹਾਂ। ਇਹ ਪਿੰਡ ਦਾ ਇਤਿਹਾਸਕ ਪਿਛੋਕੜ ਸਿੱਧੇ ਤੌਰ ਦੇ ਉੱਤੇ ਸ਼ਹੀਦ ਹਜ਼ਾਰਾ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ, ਜੋ 1931 ਦੇ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੁੰਦੇ ਨੇ ਤੇ ਉਸ ਤੋਂ ਬਾਅਦ ਆਜ਼ਾਦ ਹਿੰਦ ਫੌਜ ਦੇ ਵਿੱਚ ਜਾਂਦੇ ਨੇ ਤੇ ਫਿਰ ਅੰਗਰੇਜ਼ਾਂ ਦੇ ਨਾਲ ਅਜਿਹਾ ਲੋਹਾ ਲੈਂਦੇ ਨੇ, ਜਾਸੂਸੀ ਕਰਦੇ ਨੇ ਤਾਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਫਾਂਸੀ ਦੀ। ਤਾਂ फांसी की सज़ा मुआफ़ी के लिए शर्त रखी गई पर हज़ारा सिंह दे वल्लों उस शर्त नूं भी ठुकरा दिता। इत्थों तक कि अंग्रेज़ के मूँह ते थुक के उसनूं इसका करड़ा जवाब भी दिता गया। ये परिवार अज शहीद हज़ारा सिंह जी का साडे नाल मौजूद है, बेहद तंगियां ते परेशानियां दे विचों गुजर रहा। और दुख की गल है कि अज 78 वरियां बाद भी इस परिवार की ना तो सरकार ने सार लई है ते ना ही
ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹਨਾਂ ਪਰਿਵਾਰ ਦੇ ਜੀਆਂ ਨੂੰ ਆ ਕੇ ਹਾਲ ਚਾਲ ਤੱਕ ਪੁੱਛਿਆ। ਸਹੂਲਤਾਂ ਦੇਣ ਦੀ ਗੱਲ ਤਾਂ ਬੜੀ ਦੂਰ ਦੀ ਹੈ। ਤਾਂ ਗੱਲਬਾਤ ਕਰਦੇ ਹਾਂ, ਪਿੰਡ ਦੇ ਕੁਝ ਨੌਜਵਾਨ ਵੀ ਸਾਡੇ ਨਾਲ ਨੇ। ਇਹ ਮਾਤਾ ਜੀ ਥੋੜਾ ਬੋਲਣ ਦੇ ਵਿੱਚ ਦਿੱਕਤ ਹੈ, ਗੱਲਬਾਤ ਕਰਨ ਦੇ ਵਿੱਚ ਦਿੱਕਤ ਹੈ ਕਿਉਂਕਿ ਬਿਮਾਰ ਨੇ ਔਰ ਉਹਨਾਂ ਦਾ ਬੇਟਾ ਅੱਗੇ ਕਿਸੇ ਹਾਦਸੇ ਦੇ ਵਿੱਚ ਸੱਟ ਅਜਿਹੀ ਲੱਗੀ ਕਿ ਅੱਜ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੈ, ਗੱਲਬਾਤ ਨਹੀਂ ਕਰ ਸਕਦਾ। ਤਾਂ ਨੌਜਵਾਨ ਪਿੰਡ ਦੇ ਨੇ। ਭਾਜੀ ਕੀ ਨਾਂ ਤੁਹਾਡਾ? ਅਮਰਜੀਤ ਸਿੰਘ ਰਾਜਾ ਜੀ। ਰਾਜਾ ਜੀ, ਜਿਵੇਂ ਆਪਾਂ ਭਾਈ ਸ਼ਹੀਦ ਹਜ਼ਾਰਾ ਸਿੰਘ ਜੀ ਦੇ ਬਾਰੇ ਜ਼ਿਕਰ ਮੈਂ ਵੀ ਕੀਤਾ, ਥੋੜਾ ਜਿਹਾ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਮੈਂ ਚਾਹੂੰਗਾ ਦਰਸ਼ਕਾਂ ਨੂੰ ਤੁਸੀਂ ਵੀ ਦੱਸ ਦਿਓ। ਇਹ ਭਾਜੀ ਸ਼ਹੀਦ ਹਜ਼ਾਰਾ ਸਿੰਘ ਦਾ ਜਨਮ ਜਿਹੜਾ 1913 ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਆਤੀ ਸੀ, ਪਿਤਾ ਦਾ ਨਾਂ ਬੂਟਾ ਸਿੰਘ। ਇਹਨਾਂ ਨੇ 8ਵੀਂ ਤੱਕ ਦੀ ਜਿਹੜੀ ਆਪਣੀ ਪੜ੍ਹਾਈ ਆ ਖਾਲਸਾ ਹਾਈ ਸਕੂਲ ਬੱਡੋ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਫਿਰ ਇਹ 1931 'ਚ ਪੰਜਾਬ ਰੈਜੀਮੈਂਟ 'ਚ ਭਰਤੀ ਹੋ ਗਏ। ਉਸ ਤੋਂ ਬਾਅਦ ਇਹ ਨੌਕਰੀ ਕਰਦੇ ਰਹੇ। 1938 ਵਿੱਚ ਇਹ ਰਿਜ਼ਰਵ ਆ ਗਏ। ਫਿਰ ਉਸ ਤੋਂ ਬਾਅਦ ਫਿਰ 1940 'ਚ ਫਿਰ ਫੌਜ 'ਚ ਚਲ ਗਏ। ਉੱਥੇ ਗਿਆ ਇਹਨਾਂ ਦੇ ਸੰਪਰਕ ਆਜ਼ਾਦ ਹਿੰਦ ਫੌਜ ਨਾਲ ਹੋ ਗਏ। ਇਹ 42 'ਚ ਫਿਰ ਆਜ਼ਾਦ ਹਿੰਦ ਫੌਜ ਲਈ ਕੰਮ ਕਰਨ ਲੱਗ ਪਏ। ਤੇ ਉਹ ਇਹ ਇੰਡੀਪੈਂਡੈਂਸ ਲੀਗ ਦੇ ਜਿਹੜੇ ਪ੍ਰਧਾਨ ਆ ਰਾਸ ਬਿਹਾਰੀ ਬੋਸ, ਉਹਨਾਂ ਦੀਆਂ ਸਦੀਆਂ ਬੈਠਕਾਂ ਵਿੱਚ ਇਹ ਭਾਗ ਲੈਂਦੇ ਰਹੇ। ਉਸ ਤੋਂ ਬਾਅਦ ਫਿਰ ਇਹ ਦੇਸ਼ ਲਈ ਆਪਣੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਜਿਹੜੀ ਵੀ ਇਹਨਾਂ ਦੀ ਉਸ ਵੇਲੇ ਡਿਊਟੀ ਲੱਗੀ ਜਸੂਸੀ ਦੀ, ਇਹ ਜਸੂਸੀ ਦੀ ਡਿਊਟੀ ਕਰਦੇ ਕਰਦੇ ਕੋਹਿਮਾ ਜਿਹੜਾ ਫਰੰਟ ਆ ਉੱਥੇ ਜਿਹੜੀ ਆ ਅੰਗਰੇਜ਼ ਗਵਰਨਮੈਂਟ ਉਹਨਾਂ ਨੇ ਇਹਨਾਂ ਨੂੰ ਫੜ ਲਿਆ। ਉੱਥੋਂ ਫਿਰ ਇਹਨਾਂ ਨੂੰ ਬਾਅਦ 'ਚ ਨਹੀਂ ਲਾਲ ਕਿਲ੍ਹੇ ਲਿਆਂਦਾ, ਪੁੱਛਗਿੱਛ ਕੀਤੀ, ਜੋ ਵੀ ਤਸ਼ੱਦਦ ਕੀਤਾ ਉਸ ਵੇਲੇ, ਜੋ ਵੀ ਗਵਰਨਮੈਂਟ ਉਸ ਵੇਲੇ ਦੀ ਉਹ ਅੰਗਰੇਜ਼ ਕਰ ਸਕਦੇ ਸੀ, ਉਹਨੇ ਇਹਨਾਂ 'ਤੇ ਜ਼ੁਲਮ ਕੀਤਾ। ਪਰ ਇਹਨਾਂ ਨੇ ਕਿਸੇ ਉਹਨਾਂ ਦੇ ਕੀਤੇ ਜ਼ੁਲਮ ਦੀ ਪਰਵਾਹ ਨਹੀਂ ਕੀਤੀ ਤੇ ਉਲਟਾ ਉਹਨਾਂ ਦੇ ਮੂੰਹ ਤੇ ਥੁੱਕਿਆ, ਉਹਨਾਂ ਦੀ ਹਰੇਕ ਚੀਜ਼ ਨੂੰ ਠਕਰਾਇਆ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਜਾਣੀ ਕੇਸ ਵੀ ਚੱਲਿਆ, ਉਹ ਤੋਂ ਬਾਅਦ ਸਜ਼ਾ ਤਾਂ ਕੇਸ ਚੱਲਣ ਤੋਂ ਬਾਅਦ ਹੀ ਹੋਣੀ ਸੀ, ਇਹਨਾਂ ਨੂੰ ਹੋ ਗਈ, ਪਰ ਇਹਨੀ ਹੱਸ ਕੇ ਪ੍ਰਵਾਨ ਕੀਤੀ। ਕਹਿੰਦੇ ਇਹਨਾਂ ਦੇ ਪਰਿਵਾਰ ਦੇ ਨਾਲ ਉਸ ਸਮੇਂ ਸ਼ਰਤ ਵੀ ਰੱਖ ਲਈ ਗਈ ਸੀਗੀ ਹਜ਼ਾਰਾ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਵੀ ਆਪਾਂ ਮਾਫੀ ਜਿਹੜੀ ਹੈ ਸਜ਼ਾ ਮਾਫ ਕਰ ਦਿੰਦੇ ਹੋ। ਕੀ ਸ਼ਰਤ ਸੀ ਇਹਨਾਂ ਦੀ? ਭਾਜੀ ਸਰਕਾਰ ਨੇ ਸ਼ਰਤ ਨਹੀਂ ਸੀ ਰੱਖੀ, ਇਹਨਾਂ ਦੀ ਮਾਤਾ ਗਈ ਸੀ। ਉਹਨਾਂ ਨੂੰ ਜਿਸ ਵੇਲੇ ਮਿਲਣ ਗਈ ਵੀ ਤੇਰਾ ਜਿਹੜਾ ਲੜਕਾ ਹੈ ਛੋਟਾ ਆ 2 ਸਾਲ ਦਾ ਆ, ਵੀ ਤੂੰ ਮਾਫੀ ਕਿਉਂ ਨਹੀਂ ਮੰਗ ਲੈਂਦਾ ਘੱਟ ਤੋਂ ਘੱਟ, ਵੀ ਜਿਹੜੇ ਗਾਹਾਂ ਬੱਚੇ ਤਾਂ ਪਾਲ ਲਏਗਾ। ਤੇ ਉਹਨੇ ਕਿਹਾ ਸੀ ਵੀ ਜਦੋਂ ਮੇਰਾ ਬਾਪ ਗੁਜ਼ਰਿਆ ਵੀ ਉਦੋਂ ਮੇਰੀ ਵੀ 2 ਸਾਲ ਦੀ ਉਮਰ ਸੀ, ਪਰਮਾਤਮਾ ਨੇ ਮੇਰਾ ਵੀ ਰਿਜ਼ਕ ਬਣਾਇਆ ਸੀ, ਸਭ ਕੁਝ ਹੋ ਜਾਣਾ, ਪਰ ਮੈਂ ਮਾਫੀ ਨਹੀਂ ਮੰਗਣੀ। ਮੈਂ ਦੇਸ਼ ਲਈ ਜਿਹੜੀ ਆ ਕੁਰਬਾਨੀ ਦੇਣੀ ਆ। ਤੇ ਉਹ ਜੋ ਮਾਤਾ ਨੇ ਜਾਣੀ ਉਸ ਵੇਲੇ ਉਹਨਾਂ ਦਾ ਜਿਹੜਾ ਚਿਹਰੇ ਦਾ ਜਲਾ ਲਿਆ, ਉਹ ਕਹਿੰਦੇ ਦੇਖਿਆ ਨਹੀਂ ਸੀ ਜਾਂਦਾ ਵੀ ਜਾਣੀ ਉਹਨਾਂ ਨੂੰ ਆਪਣੀ ਇਹ ਜਿਹੜੀ ਮੌਤ ਲੜੀ ਦੀ ਖੁਸ਼ੀ ਸੀ, ਕੋਈ ਗਮੀ ਨਹੀਂ ਸੀ ਵੀ ਮੈਂ ਦੇਸ਼ ਲਈ ਕੁਰਬਾਨੀ ਦੇਣੀ ਆ। ਉਹਨੇ ਕਰਕੇ ਵੀ ਦਿਖਾਇਆ, ਮਤਲਬ ਡੋਲੇ ਨਹੀਂ ਆ। ਉਹਨਾਂ ਨੇ ਕੇਸ ਗੰਦੇ ਦੇ ਮੁਲਾਕਾਤ ਕਰਨ ਲੱਗੇ ਨਾ, ਕੇਸ ਖਿਲਾ ਰਹੇ ਸੀ, ਪਿੱਛੇ ਸਿੱਟੇ ਹੋ ਸੀ, ਮੂੰਹਾਂ ਦਾ ਲਾਲ ਸੀ ਰੰਗ। ਤੇ 5-10 ਮਿੰਟ ਲੇਟ ਹੋ ਗਏ ਸੀ। ਉਹਨਾਂ ਨੇ ਕਿਹਾ ਜਲਦੀ ਕਰੋ। ਉਹਨਾਂ ਨੂੰ ਅੰਗਰੇਜ਼ਾਂ ਨੂੰ ਗਾਲਾਂ ਕੱਢ ਕੇ ਆਪਣੀ ਫਾਂਸੀ ਲਈ। ਗਾਲਾਂ ਕੱਢ ਕੇ ਸਿਰ ਪੱਕਾ ਗੰਜਾ ਦਾ ਦਿਲ ਨਿਕਲਿਆ। ਮਾਤਾ ਮੈਨੂੰ ਪਿੰਡ ਨਹੀਂ ਲਿਜਾਣਾ, ਇੱਥੇ ਮੈਨੂੰ ਛੱਡਣਾ, ਉੱਥੇ ਦਾਗ ਦਿੱਤੇ। ਮਾਣ ਮਹਿਸੂਸ ਹੁੰਦਾ ਉਸ ਪਰਿਵਾਰ ਦੇ ਵਿੱਚੋਂ? ਤੁਸੀਂ ਉਸ ਪਰਿਵਾਰ ਦੇ ਜੀਓ ਜਿਨ੍ਹਾਂ ਨੇ ਦੇਸ਼ ਦੀ ਖਾਤਰ ਜਾਨ ਵਾਰ ਦਿੱਤੀ ਆਪਣੀ, ਮਾਣ ਮਹਿਸੂਸ ਹੁੰਦਾ ਅੱਜ ਵੀ? ਹੁੰਦਾ ਕਿਸੇ ਮਾਤਾ ਰੋਣਾ ਨਹੀਂ, ਮੇਰੀ ਦਾਦੀ ਸੱਸ ਕਹਿੰਦੇ ਰੋਈ ਨਹੀਂ, ਮਕਾਨਾ ਆਉਂਦੀ ਸੀ ਰੋਂਦੀ ਨਹੀਂ ਸੀ। ਅੱਛਾ, ਉਸ ਤੋਂ ਬਾਅਦ ਜੇ ਮਕਾਨਾਂ ਵੀ ਆਈਆਂ, ਜਦੋਂ ਸ਼ਹੀਦ ਵੀ ਹੋ ਗਏ, ਕਦੀ ਕੋਈ ਰੋਏ ਨਹੀਂ? ਨਹੀਂ ਰੋਏ, ਨਹੀਂ ਰੋਏ। ਉਹਨੇ ਕਿਹਾ ਸੀ ਉਸ ਵੇਲੇ, ਮੈਂ ਕਿਹਾ ਉਹ ਸਾਰਾ ਸ਼ਹੀਦ ਹਜ਼ਾਰਾ ਸਿੰਘ ਨੇ ਜਿਹੜੇ ਮਾਤਾ ਨੇ ਪੁੱਛਿਆ ਵੀ ਸਾਨੂੰ ਕੀ ਹੁਕਮ ਆ ਫਿਰ ਤੇਰੇ ਤੋਂ ਬਾਅਦ, ਉਹ ਕਹਿੰਦੇ ਵੀ ਰੋਣਾ ਨਹੀਂ ਆ, ਤੁਹਾਡਾ ਪੁੱਤਰ ਜਿਹੜਾ ਨਾ ਇਹ ਮੌਤ ਲਾੜੀ ਨੂੰ ਵਰਨ ਚੱਲਿਆ, ਹਾਸਲ ਕਰਨ ਚੱਲਿਆ, ਵੀ ਮਾਣ ਮਹਿਸੂਸ ਕਰਨਾ, ਰੋਣਾ ਨਹੀਂ ਜ਼ਿੰਦਗੀ 'ਚ। ਉਹ ਕਹਿੰਦੇ ਜ਼ਿੰਦਗੀ 'ਚ ਰੋਏ ਨਹੀਂ, ਬਾਅਦ 'ਚ ਉਹਨਾਂ ਦੀ ਮਾਤਾ ਰੋਏ ਨਹੀਂ, ਮਾਣੇ ਮਹਿਸੂਸ ਕੀਤਾ ਜਾਨੀ। ਹਾਂਜੀ, ਤੁਸੀਂ ਵੀ ਗੱਲਾਂ ਬਾਤਾਂ ਸੁਣੀਆਂ ਹੋਣਗੀਆਂ ਉਸ ਦੌਰ ਦੀਆਂ, ਤੁਸੀਂ ਜਾਣਦੇ ਹੋਵੋਗੇ। ਨਹੀਂ, ਮੈਂ ਨਹੀਂ ਸੁਣੀਆਂ ਸਾਰੀਆਂ। ਭੈਣ ਜੀ ਇੱਥੇ ਸਿਆਣੀ ਬੁੜੀ ਮੇਰੇ ਕੋਲ ਸੌਂਦੀ ਸੀ, ਉਹਨੂੰ ਥੋੜ੍ਹਾ ਜਿਹਾ ਦੱਸਿਆ ਹੈ ਮੈਨੂੰ। ਹਾਂ, ਮੈਨੂੰ ਪਤਾ ਨਹੀਂ। ਸਾਰੇ ਨਨਾਣ ਵੀ ਕਹਿੰਦੀ ਮੈਂ 6 ਸਾਲ ਦੀ ਸੀ, ਉਹਨੂੰ ਨਹੀਂ ਪਤਾ। ਸਾਰੇ ਘਰ ਵਾਲੇ ਸਾਰੇ 4 ਸਾਲ ਦੇ 2 ਸਾਲ ਦੇ। ਹਾਂਜੀ, ਉਦੋਂ ਛੋਟੇ ਸੀ। ਉਹ ਕਹਿੰਦੇ ਮੈਂ ਵੀ ਉਦੋਂ 2 ਸਾਲ ਦਾ ਸੀ ਜਦੋਂ ਮੇਰੇ ਬਾਪ ਪੂਰਾ ਹੋਇਆ, ਤੇ ਮੇਰਾ ਵੀ ਰੱਬ ਨੇ ਰਿਜ਼ਕ ਲਿਖਿਆ ਸੀ, ਮੈਂ ਪਲੇ ਗਿਆ। ਮਾਫੀ ਨਹੀਂ ਮੰਗਣੀ, ਤੇ ਜੋ ਵੀ ਆ ਭੁਗਤ ਲੈਣਾ, ਪਰ ਮਾਫੀ ਨਹੀਂ ਮੰਗਣੀ। ਅੱਛਾ ਮਾਤਾ ਜੀ, ਕਦੀ ਸਰਕਾਰ ਨੇ, ਪ੍ਰਸ਼ਾਸਨ ਨੇ ਕਦੀ ਕੋਈ ਸਾਰ ਲਈ ਪਰਿਵਾਰ ਦੀ ਆ ਕਿ ਆਜ਼ਾਦੀ ਘੁਲਾਟੀਏ ਸੀਗੇ, ਦੇਸ਼ ਦੇ ਲਈ ਆਪਣੀ ਜਾਨ ਵਾਰ ਦਿੱਤੀ, ਪਰ ਤੁਹਾਡੀਆਂ ਜਾਨਾਂ ਦੀ ਪਰਵਾਹ ਕੀਤੀ ਕਦੀ ਸਰਕਾਰ ਨੇ? ਕੋਈ ਨਹੀਂ ਆਇਆ, ਕੋਈ ਨਹੀਂ ਆਇਆ, ਕੋਈ ਮਦਦ ਨਹੀਂ ਅਜੇ ਤੱਕ? ਮੇਰਾ
ਸ਼ਹੀਦਾਂ ਦੇ ਪਰਿਵਾਰਾਂ ਦਾ ਬਹੁਤ ਸਨਮਾਨ ਮਾਣ ਵੀ ਕਰਦੇ ਨੇ। ਕੱਲ੍ਹ ਨੂੰ ਆਜ਼ਾਦੀ ਦਾ ਦਿਹਾੜਾ ਮਨਾ ਵੀ ਰਹੇ ਹਾਂ ਆਪਾਂ। ਮੈਂ ਬਹੁਤ ਮੈਨੂੰ ਰੋਣਾ ਆਉਂਦਾ, ਮੈਂ ਜੋ ਟੀਵੀ 'ਚ ਦੇਖਦੀ ਹਾਂ ਮੈਂ ਬਹੁਤ ਰੋਂਦੀ ਹਾਂ ਦੇਖ ਕੇ। ਮੈਂ ਸਾਡਾ ਕੋਈ ਨਾਂ ਹੀ ਨਹੀਂ ਲੈਂਦਾ ਸਾਡੇ ਪਿਤਾ ਜੀ ਦਾ। ਇਹਨਾਂ ਨੇ ਹੁਣ ਕੀਤਾ, ਮੈਨੂੰ ਇਹਨਾਂ ਨੇ ਮਦਦ ਕੀਤੀ। ਕਿਵੇਂ ਮਾਤਾ ਜੀ, ਕਿਵੇਂ ਗੁਜ਼ਾਰਾ ਚੱਲਦਾ ਪਰਿਵਾਰ ਦੇ ਵਿੱਚ? 2 ਜੀ ਹੋ ਬਸ ਹੁਣ? ਨਹੀਂ, ਬੱਚੇ ਮੇਰੇ 2 ਬਾਹਰ ਆ, ਹੁਣ ਅਸੀਂ ਆਪਣੇ ਤਾਂ ਕਰੀ ਜਾਂਦੇ ਗੁਜ਼ਾਰਾ। ਮੇਰੇ ਰਿਸ਼ਤੇਦਾਰ ਥੋੜ੍ਹੇ ਇਹਨਾਂ ਨੇ ਮੈਨੂੰ ਰਾਸ਼ਨ ਪਾਣੀ ਵੀ ਲਗਾਇਆ ਤੇ ਹਾਂ 3 ਸਾਲ ਤੋਂ ਮੈਨੂੰ ਪੈਸੇ ਵੀ ਆਏ ਆ। ਇੱਕ ਵਾਰ ਦਿੱਤੇ, ਠੰਡਾਂ ਨਹੀਂ ਦਿੱਤੇ ਸਾਨੂੰ, ਉਹ ਵੀ ਇਹਨਾਂ ਨੇ ਬਹੁਤ ਕਿਹਾ। ਤਕਲੀਫਾਂ ਹੋਰ ਵੀ ਦਿੱਕਤਾਂ ਹੈਗੀਆਂ। ਇਹ ਘਰ ਜਿਵੇਂ ਮੈਂ ਦੇਖ ਰਿਹਾ ਅੱਜ ਵੀ ਬਾਲਿਆਂ ਵਾਲਾ, ਬੇਸ਼ੱਕ ਅੱਜ ਅਸੀਂ ਮਹਿਲ ਮੁਨਾਰਿਆਂ ਵਾਲੇ ਹੋ ਗਏ ਆ। ਸਾਡੇ ਮੰਤਰੀ, ਵੱਡੇ ਵੱਡੇ ਲੀਡਰ ਮਹਿਲਾਂ ਦੇ ਵਿੱਚ ਰਹਿੰਦੇ ਨੇ, ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਰਹਿ ਕੇ ਆਜ਼ਾਦੀ ਦਾ ਨਿੱਘਤਾ ਮਾਣ ਰਹੇ ਨੇ। ਪਰ ਜਿਨ੍ਹਾਂ ਸ਼ਹੀਦਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ, ਜਿਨ੍ਹਾਂ ਯੋਧਿਆਂ ਨੇ, ਸੂਰਬੀਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਾਨਾਂ ਵਾਰ ਦਿੱਤੀਆਂ, ਅੱਜ ਉਹਨਾਂ ਦੇ ਪਰਿਵਾਰ ਇਹਨਾਂ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ, ਬਾਲਿਆਂ ਵਾਲੇ ਘਰਾਂ ਦੇ ਵਿੱਚ ਰਹਿ ਰਹੇ ਨੇ। ਇਹ ਮਤਲਬ ਜਿਵੇਂ ਬਾਲਿਆਂ ਵਾਲਾ ਘਰ ਹੈ, ਤਾਂ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੋਊਗਾ ਕਿਤੇ ਡਿੱਗ ਨਾ ਜਾਵੇ। ਹਾਂਜੀ, ਹੁਣ ਵੀ ਕੁੜੀ ਕਹੀ ਸੀ, ਕਹਿੰਦੀ ਮੰਮੀ ਜੇ ਅਸੀਂ ਤਾਂ ਸੌਂਦੇ ਸਾਂ 5 ਅੰਦਰ ਆਉਂਦਾ ਪਾਣੀ, ਸਭ ਅੰਦਰ ਆਉਂਦਾ ਆ। ਅੱਛਾ, ਹਾਂ ਅੰਦਰ ਪਾਣੀ ਆਉਂਦਾ। ਅੱਛਾ, ਇਹ ਮੀਂਹ ਜਦੋਂ ਆਉਂਦਾ ਤਾਂ ਫਿਰ ਉਦੋਂ ਚੋਣ ਲੱਗ ਪੈਂਦਾ ਘਰ? ਪਾਣੀ ਦਾ ਭਰ ਜਾਂਦਾ ਆ, ਪੂਰਾ ਵਿਹੜਾ ਵੀ ਪਾਣੀ ਦਾ ਭਰਦਾ ਆ। ਇਹ ਛੱਤਾਂ ਵੀ ਚੋਂਦੀਆਂ ਨੇ? ਸਭ ਚੋਂਦੀ ਆ। ਬਹੁਤ ਸਾਰੀਆਂ ਸਕੀਮਾਂ ਹੁੰਦੀਆਂ, ਕਹਿੰਦੇ ਪੱਕੇ ਘਰ ਬਣਾ ਕੇ ਦਿੰਦੀਆਂ ਸਰਕਾਰਾਂ। ਕਦੀ ਕੋਈ ਸਕੀਮ ਦਾ ਲਾਭ ਨਹੀਂ ਮਿਲਿਆ? ਨਾ, ਕੁਛ ਨਹੀਂ ਸਮਝਦਾ। ਵਿਆਹ ਤੋਂ ਬਾਅਦ ਮੈਂ ਥੋੜ੍ਹੇ ਇਹ ਬਦਲਾਏ ਸੀ, ਮੇਰਾ ਕੱਚੇ ਬਹੁਤ ਕੱਚੇ ਸੀ। ਇਹ ਥੋੜ੍ਹੇ ਮੈਂ ਆਹ ਗੱਡ ਗੁੱਡ ਲੈ ਕੇ ਪਾਏ ਸੀ। ਥੋੜ੍ਹੇ ਮੇਰੇ ਘਰਦਿਆਂ ਨੇ ਮੌਤ ਦਿੱਤੀ ਤਾਂ ਉਦੋਂ ਅਸੀਂ ਪਾਏ। ਉਦੋਂ ਦੇ ਛੋਟੇ ਹੋਣੇ, ਰਾਜੇ ਹੋਣੇ, ਇਹਨਾਂ ਨੇ ਵੀ ਕੋਈ ਪਤਾ ਨਹੀਂ ਸੀ। ਅੱਛਾ ਭਾਈ, ਜਿਵੇਂ ਦੱਸ ਰਹੇ ਨੇ ਮਾਤਾ ਜੀ ਵੀ ਕੱਚਾ ਘਰ ਹੈ, ਅੱਜ ਆਪਾਂ ਮਹਿਲਾਂ ਦੇ ਵਿੱਚ ਸਾਡੇ ਮੰਤਰੀ ਸੁੱਤੇ ਹੋਣਗੇ ਏਸੀ ਛੱਡ ਕੇ, ਲੀਡਰ ਆਨੰਦ ਮਾਣ ਰਹੇ ਨੇ ਆਜ਼ਾਦੀ ਦਾ, ਅਸੀਂ ਖੁਦ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਪਰ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਉਹਨਾਂ ਦੇ ਪਰਿਵਾਰ ਨੇ ਦੁੱਖਾਂ ਤਕਲੀਫਾਂ ਦੇ ਵਿੱਚ। ਤੁਸੀਂ ਵੀ ਵਿਚਰਦੇ ਹੋ, ਦੇਖਦੇ ਹੋ ਕਿੱਦਾਂ ਦੀਆਂ ਦੁੱਖ ਤਕਲੀਫਾਂ ਨੇ ਪਰਿਵਾਰ ਦੀਆਂ? ਇਸ ਵੇਲੇ ਸਾਰੇ ਇਹਨਾਂ ਦੀ ਹਾਲਾਤ ਇਹ ਆ ਵੀ ਜਿਹੜੇ ਕਿਤੇ ਬਿਮਾਰ ਹੋ ਜਾਣ। ਇਹਨਾਂ ਦਾ ਜਿਹੜਾ ਲੜਕਾ ਆ ਉਹ ਰੇਲ ਗੱਡੀ 'ਚੋਂ ਡਿੱਪਿਆ ਸੀ, ਉਹਦਾ ਜਿਹੜਾ ਉਹ ਮਾਨਸਿਕ ਤੌਰ 'ਤੇ ਸਹੀ ਨਹੀਂ ਆ। ਮਤਲਬ ਇਹਨਾਂ ਨੂੰ ਕੋਈ ਲਿਜਾਣ ਵਾਲਾ ਵੀ ਹੈ ਨਹੀਂ। ਅੱਜ ਤੋਂ 1.5-2 ਸਾਲ ਪਹਿਲਾਂ ਇਹ ਬਿਮਾਰ ਹੋਏ ਸੀ ਤਾਂ ਇਹਨਾਂ ਦੇ ਰਿਸ਼ਤੇਦਾਰ ਲੈ ਕੇ ਗਏ ਸੀ, ਉਹਨਾਂ ਨੇ ਉੱਥੇ ਰੱਖ ਕੇ ਪੈਸੇ ਵੀ ਲਾਏ, ਇਲਾਜ ਵੀ ਕਰਾਇਆ। ਮਤਲਬ ਜੇ ਕਿਤੇ ਇਹਨਾਂ ਨੂੰ ਲੋੜ ਪੈ ਜਾਂਦੀ ਹੈ ਤਾਂ ਇਸ ਵੇਲੇ ਇਹਨਾਂ ਨੂੰ ਕੋਈ ਲਿਜਾਣ ਵਾਲਾ ਵੀ ਹੈ ਨਹੀਂ। ਜੀ ਮੇਰੀ ਟੁੱਟੀ ਸੀ ਮੇਰੀ ਕਮਰ, ਮੇਰਾ ਦੁਬਾਰਾ ਕਮਰ ਪਈ ਆ। ਮੇਰਾ ਭਾਣਜਾ ਲੈ ਕੇ ਗਿਆ, फिर मेरे अखा निगाह, मेरा फिर खून ख़त्म हो गया। फिर मैं राजे को अपने अक्षर को गई, वो कहते मैं दवाई नहीं देनी, मेरी गड्डी 'च बैठ, मैं हुशियारपुर चला। मैं 1.5 ਉੱਥੇ ਵੀ ਮੇਰਾ ਸਾਹ ਐਕਸਰੇ ਕਰਾਇਆ ਤੇ ਮੇਰਾ ਖੂਨ 4 ਗ੍ਰਾਮ ਕੁਛ ਵੀ ਸੀਗਾ। ਇਹ ਜਦੋਂ ਅੱਜ ਵੀ ਤੁਸੀਂ ਤਸਵੀਰ ਦੇਖਦੇ ਹੋਗੇ ਸ਼ਹੀਦ ਹਜ਼ਾਰਾ ਸਿੰਘ ਜੀ ਹੋਰਾਂ ਦੀ, ਤਾਂ ਅੱਜ ਵੀ ਦੇਸ਼ ਦੇ ਵਿੱਚ ਉਹ ਦੇਸ਼ ਭਗਤੀ ਦਾ ਜਜ਼ਬਾ ਮਨ ਦੇ ਵਿੱਚ ਆਉਂਦਾ। ਹਾਲਾਂਕਿ ਦੁੱਖ ਵੀ ਆਉਂਦਾ ਹੋਊਗਾ ਵੀ ਸਰਕਾਰਾਂ ਨੇ ਅੱਜ ਤੱਕ ਬਾਤ ਹੀ ਨਹੀਂ ਪੁੱਛੀ। ਮੈਂ ਟੀਵੀ ਖੋਲ੍ਹ ਕੇ ਦੇਖਦੀ, ਮੈਂ ਬਹੁਤ ਰੋਂਦੀ ਉਸ ਟਾਈਮ ਰੋਂਦੀ ਹਾਂ। ਮੈਂ ਸਾਡਾ ਵੀ ਕੋਈ ਹੁੰਦਾ, ਸਾਨੂੰ ਵੀ ਕੋਈ ਪੁੱਛਦਾ, ਦੱਸ ਵੇਲੇ ਕੋਈ ਨਹੀਂ। ਭਾਈ ਇਸ ਤਸਵੀਰ ਨੂੰ ਦੇਖ ਕੇ ਮਾਣ ਤਾਂ ਮਹਿਸੂਸ ਹੁੰਦਾ ਹੋਊਗਾ ਹੈ ਨਾ ਵੀ ਪਿੰਡ ਦੇ ਸੀਗੇ ਔਰ ਦੇਸ਼ ਦੇ ਖਾਤਰ ਜਾਨ ਵਾਰ ਦਿੱਤੀ ਹੈ, ਤਾਂ ਦੁੱਖ ਵੀ ਮਨ ਦੇ ਵਿੱਚ ਆਉਂਦਾ ਹੋਊਗਾ। ਕਿਵੇਂ ਚੱਲਦਾ ਇਸ ਪਰਿਵਾਰ ਦਾ ਗੁਜ਼ਾਰਾ? ਭਾਜੀ ਮਾਣ ਤਾਂ ਮਹਿਸੂਸ ਹੁੰਦਾ ਵੀ ਸਾਡੇ ਛੋਟੇ ਜਿਹੇ ਪਿੰਡ 'ਚ ਸ਼ਹੀਦ ਹਜ਼ਾਰਾ ਸਿੰਘ ਹੋਏ ਆ ਤੇ ਦੇਸ਼ ਲਈ ਕੁਰਬਾਨੀ ਦੇਣੀ ਕੋਈ ਸੌਖੀ ਗੱਲ ਨਹੀਂ ਹੈ। ਬੜਾ ਕੁਛ ਸਹਿਣਾ ਪੈਂਦਾ। ਇੱਦਾਂ ਤਾਂ ਹੈ ਨਹੀਂ ਵੀ ਜਾਂਦਿਆਂ ਨੂੰ ਫਾਂਸੀ ਲੱਗੇ ਕੁਰਬਾਨੀ ਦੇ ਦਿੱਤੀ। ਕਿੰਨਾ ਚਿਰ ਉਹਨੇ ਆਪਣੀ ਹਿਰਾਸਤ 'ਚ ਰੱਖਿਆ, ਕਿੰਨਾ ਟੌਰਚਰ ਕੀਤਾ ਹੋਊਗਾ, ਕਿੰਨੀਆਂ ਚੀਜ਼ਾਂ ਸਹਿਣ ਕਰ ਕਰਕੇ ਇਸ ਮੁਕਾਮ ਤੱਕ ਪਹੁੰਚੇ। ਉਸ ਤੋਂ ਬਾਅਦ ਫਰਜ਼ ਤਾਂ ਇਹ ਬਣਦਾ ਸੀ ਵੀ ਜਿਹੜੇ ਹੁਕਮਰਾਨ ਬਣਨੇ ਸ਼ੁਰੂ ਹੋਏ, ਦੇਸ਼ ਆਜ਼ਾਦ ਹੋਇਆ, ਉਹਨਾਂ ਦੇ ਫਰਜ਼ ਸੀ ਵੀ ਗਿਣਵੇਂ ਚੁਣਵੇਂ ਪਰਿਵਾਰ ਸੀ, ਕੋਈ ਬਹੁਤ ਗਿਣਤੀ ਤਾਂ ਹੈ ਨਹੀਂ ਸੀ, ਪੂਰੇ ਪਿੰਡ ਸਾਂਭਣੇ ਸੀ ਨਹੀਂ। ਗਿਣਵੇਂ ਚੁਣਵੇਂ, ਜੇ ਹੁਸ਼ਿਆਰਪੁਰ 'ਚੋਂ ਵੀ ਲਈਏ, ਗਿਣਵੇਂ ਚੁਣਵੇਂ ਪਿੰਡ ਆ ਜਿਹੜੇ ਸ਼ਹੀਦਾਂ ਦੇ ਆ, ਜਿਨ੍ਹਾਂ ਦੇ ਪਰਿਵਾਰ ਆ। ਕਿੰਨੇ ਕੁ ਸੀ ਜਿਹੜੇ ਦੇਖ ਨਹੀਂ ਸਕੇ? ਆਪਣਿਆਂ ਨੂੰ ਤਾਂ ਦੇਖ ਰਹੇ ਆ ਉਹ ਆਪ। ਜਿੱਦਾਂ ਤੁਸੀਂ ਗੱਲ ਕੀਤੀ ਮਹਿਲਾ ਕੋਠੀਆਂ 'ਚ ਰਹਿੰਦੇ, ਉਹ ਕਿੱਥੋਂ ਆ ਗਏ? ਆਪ ਉਹਨਾਂ ਨੂੰ ਪੈਨਸ਼ਨਾਂ ਵੀ ਮਿਲਦੀਆਂ, ਜਿਸ ਵੇਲੇ 5 ਸਾਲ ਪੂਰੇ ਹੋ ਜਾਂਦੇ ਉਹ ਤੋਂ ਬਾਅਦ ਪੈਨਸ਼ਨ ਲੱਗਦੀ ਆ। ਕੀ ਗੱਲ ਇਹਨਾਂ ਦਾ ਕੋਈ ਹੱਕ ਨਹੀਂ ਸੀ ਵੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਦੇ ਦਿੱਤੀਆਂ, ਉਹਨਾਂ ਦੇ ਵਾਰਸਾਂ ਨੂੰ ਕੋਈ ਪੈਨਸ਼ਨ ਨਹੀਂ, ਕੋਈ ਨੌਕਰੀ ਨਹੀਂ? ਆਪਾਂ ਤਾਂ ਜਾਣੀ ਕਿ ਤੁਹਾਡੇ ਮਾਧਿਅਮ ਰਾਹੀਂ ਇਹ ਮੰਗ ਕਰਦੇ ਹਾਂ ਵੀ ਸਰਕਾਰਾਂ ਦੇ ਫਰਜ਼ ਆ, ਆਪਾਂ ਇਕੱਲਾ ਫਰਜ਼ ਨਹੀਂ, ਹੁਣ ਬੇਨਤੀ ਵੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਸਾਰ ਲਈ ਜਾਵੇ। ਘਰ 'ਚ ਜਿਹੜਾ ਪਾਣੀ ਦਾ ਬਿੱਲ ਆ ਉਹ ਮਾਫ ਕੀਤਾ ਜਾਵੇ, ਇਹਨਾਂ ਨੂੰ ਕੋਈ ਸਰਕਾਰੀ ਪੈਨਸ਼ਨ ਲਾਈ ਜਾਵੇ।
ਉਹ ਵੀ ਜਾਣੀ ਕਿ ਥੋੜੀ ਬਹੁਤ ਨਹੀਂ ਚੰਗੀ ਲਾਈ ਜਾਵੇ, ਜਿਨ੍ਹਾਂ ਇਹਨਾਂ ਦਾ ਮਹੀਨੇ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਸਕੇ। ਜਿਵੇਂ ਭਾਈ ਆਪਾਂ ਘਰ ਹੀ ਦੇਖਦੇ ਆਂ, ਤੁਸੀਂ ਅਕਸਰ ਇੱਥੇ ਆਉਂਦੇ ਜਾਂਦੇ ਵੀ ਰਹਿੰਦੇ ਹੋਗੇ, ਮਾਤਾ ਜੀ ਨੂੰ ਵੀ ਮਿਲਦੇ ਹੋਗੇ, ਪਰਿਵਾਰ ਨੂੰ ਮਿਲਦੇ ਹੋਗੇ, ਤਾਂ ਇਹ ਮੀਂਹ ਝੱਖੜ ਜਦੋਂ ਹਨੇਰੀ ਆਉਂਦੀ ਆ ਤਾਂ ਉਦੋਂ ਜਿਵੇਂ ਮਾਤਾ ਜੀ ਵੀ ਦੱਸ ਰਹੇ ਨੇ ਵੀ ਪਾਣੀ ਭਰ ਜਾਂਦਾ ਸਾਰਾ, ਇਹ ਛੱਤਾਂ ਵੀ ਚੋਣ ਲੱਗ ਪੈਂਦੀਆਂ। ਹਾਂਜੀ, ਇਹ ਹਾਲਤ ਮਾੜੀ ਆ। ਹੁਣ ਵੀ ਤੁਸੀਂ ਅੰਦਰ ਦੇਖ ਸਕਦੇ ਆ ਵੀ ਉਹ ਕੁਝ ਬਾਲੇ ਤਾਂ ਇਹਨੇ ਬਦਲਾ ਲਏ ਆ, ਅਜੇ 1-2 ਬਾਲਿਆਂ ਨੂੰ ਸੇਕ ਲੱਗੀ ਹੋਈ ਆ। ਉਹ ਕਦੋਂ ਡਿੱਪਣ, ਮਤਲਬ ਕੁਝ ਵੀ ਨੁਕਸਾਨ ਹੋ ਸਕਦਾ, ਜਾਨੀ ਮਾਲੀ ਕੁਝ ਵੀ ਹੋ ਸਕਦਾ। ਯਾਨੀ ਮਤਲਬ ਕੋਈ ਦੇਖਣ ਵਾਲਾ ਹੈ ਨਹੀਂ ਆ। ਜੇ ਕਹੀਏ ਆਪਾਂ ਜਿਹੜੀ ਸੁਸਾਇਟੀ ਬਣਾਈ ਹੈ, ਸਾਡੀ ਸੁਸਾਇਟੀ ਵੀ ਨਹੀਂ ਸਮਰੱਥ ਨਹੀਂ ਪਈ ਬਹੁਤ ਮਦਦ ਕਰ ਸਕੀਏ। ਅਸੀਂ ਸਾਲਾਨਾ ਇਹਨਾਂ ਨੂੰ 12,000 ਰੁਪਇਆ ਦੇਈਦਾ, ਤੇ ਉਹਨਾਂ ਨਾਲ ਇਹ ਆਪਣਾ ਕਿੱਦਾਂ ਘਰ ਦਾ ਸਮਾਨ ਲੈਂਦੇ, ਕੀ ਕਰਦੇ ਆ। ਜਾਣੀ ਜੇ ਕਹੀਏ ਬਹੁਤ ਜ਼ਿਆਦਾ ਖਿੱਚ ਧੂਕੇ ਇਹਨਾਂ ਦਾ ਗੁਜ਼ਾਰਾ ਹੋ ਰਿਹਾ, ਤੇ ਜੇ ਰਿਸ਼ਤੇਦਾਰ ਵੀ ਮਦਦ ਨਾ ਕਰਨ ਤਾਂ ਇਹਨਾਂ ਦਾ ਕੋਈ ਸਹਾਰਾ ਨਹੀਂ ਆ। ਸਰਕਾਰ ਨੇ ਅਜੇ ਤੱਕ ਕਦੀ ਬਾਤ ਪੁੱਛੀ ਨਹੀਂ, ਕਦੀ ਕੋਈ ਅਧਿਕਾਰੀ ਕੁਝ ਨਹੀਂ ਆਇਆ? ਕੋਈ ਨਹੀਂ ਆਇਆ। ਕਦੀ ਨਹੀਂ ਭਾਜੀ ਕੋਈ ਕਿਸੇ ਨੇ ਆ ਕੇ ਸਾਰ ਲਈ ਵੀ ਪਰਿਵਾਰ ਹੈਗਾ ਇੱਥੇ ਕਿ ਨਹੀਂ ਹੈਗਾ ਸਰਦਾਰ ਹਜ਼ਾਰਾ ਸਿੰਘ ਹੋਰਾਂ ਦਾ ਸ਼ਹੀਦ? ਭਾਜੀ ਅਜੇ ਤੱਕ ਆਪਣੇ ਤੌਰ ਤੇ ਕੋਈ ਨਹੀਂ ਆਇਆ ਵੀ ਜੇ ਕਹੀਏ ਵੀ ਉਹਨਾਂ ਨੂੰ ਆਪਣੇ ਤੌਰ ਤੇ ਆਪਣੀਆਂ ਕੋਈ ਫਰਜ਼ ਸਮਝ ਕੇ ਲੱਗਾ ਹੋਵੇ ਵੀ ਅਸੀਂ ਜਾਣਾ, ਕੋਈ ਨਹੀਂ ਆਇਆ। ਤੇ ਅੱਜ ਤੋਂ 5 ਸਾਲ ਪਹਿਲਾਂ ਆਪਾਂ ਟੂਰਨਾਮੈਂਟ ਫੁੱਟਬਾਲ ਦਾ ਕਰਾਇਆ ਸੀ। ਉਦੋਂ ਇਹ ਸਾਬਕਾ ਮੰਤਰੀ ਸਰਦਾਰ ਸੋਹਣ ਸਿੰਘ ਠੰਡਲ ਜੀ ਆਏ ਸੀ। ਅਸੀਂ ਉਦੋਂ ਉਹਨਾਂ ਨੂੰ ਕਿਹਾ ਵੀ ਇਸ ਪਰਿਵਾਰ ਦੀ ਹਾਲਤ ਜਿਹੜੀ ਹੁਣ ਅੱਜ ਦੀ ਸਥਿਤੀ 'ਚ ਬਹੁਤ ਔਖੀ ਆ, ਗੁਜ਼ਾਰਾ ਵੀ ਔਖਾ ਹੈ, ਵੀ ਕਰੋਗੇ ਤੁਸੀਂ ਕੁਝ, ਸਰਕਾਰ ਤੁਹਾਡੀ ਆ। ਤਾਂ ਉਹਨੇ ਉਸੇ ਸਾਡੇ ਬੈਠਿਆਂ ਤੇ ਡੀਸੀ ਸਾਹਿਬ ਨੂੰ ਫੋਨ ਲਾਇਆ ਵੀ ਕੋਈ ਸਹੂਲਤ ਹੈ ਸ਼ਹੀਦ ਜਿਹੜੇ ਸ਼ਹੀਦ ਪਰਿਵਾਰ ਆ ਆਜ਼ਾਦੀ ਘੁਲਾਟੀਆਂ ਦੇ, ਉਹਨਾਂ ਦੇ ਵਾਰਸ ਆ, ਉਹਨਾਂ ਵਾਸਤੇ ਕੋਈ ਸਕੀਮ ਹੈ, ਕੋਈ ਕੁਛ ਹੈ, ਕੋਈ ਵੀ ਚੀਜ਼ ਹੋਵੇ ਤਾਂ ਦੱਸੋ। ਉਹ ਕਹਿੰਦੇ ਕੁਛ ਵੀ ਹੈ ਨਹੀਂ ਦੇਣ ਨੂੰ, ਮਤਲਬ ਸਾਡੇ ਕੋਲ ਕੋਈ ਅਧਿਕਾਰ ਹੀ ਹੈ ਨਹੀਂ। ਤੇ ਫਿਰ ਆਪਾਂ ਉਹਨਾਂ ਨੂੰ ਬੇਨਤੀ ਕੀਤੀ, ਫਿਰ ਦੇਸ਼ ਆਜ਼ਾਦ ਉਹ ਨਹੀਂ ਕਰਾਇਆ, ਉਹਨਾਂ ਆਸਰੇ ਅਸੀਂ ਆਜ਼ਾਦੀ ਤਾਂ ਨਹੀਂ ਮੰਨਦੇ ਹਾਂ ਵੀ ਜੇ ਉਹਨਾਂ ਲਈ ਨਹੀਂ ਤੁਸੀਂ ਕਰ ਸਕਦੇ ਫਿਰ ਸਰਕਾਰਾਂ ਦਾ ਕੀ ਫਾਇਦਾ। ਸਾਨੂੰ ਦੇਸ਼ ਫਿਰ ਆਜ਼ਾਦ ਹੋਏ ਦਾ ਵੀ ਕੀ ਫਾਇਦਾ ਜੇ ਆਪਾਂ ਲਾ ਲਈਏ ਵੀ ਜਿਹੜੇ ਆਜ਼ਾਦੀ ਦੇ ਜਿਹਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰ ਰੁਲਦੇ ਫਿਰਨ। ਫਿਰ ਉਹਨੇ ਆਪਣਾ ਯਤਨ ਕੀਤਾ ਪਰ ਉਹਨਾਂ ਨੇ ਕਿਸੇ ਪਾਸੇ ਉਹਨਾਂ ਦਾ ਜਾਣੀ ਹੱਥ ਨਹੀਂ ਪਿਆ, ਤਾਂ ਉਹਨੇ ਫਿਰ ਆਪਣੇ ਅਖਤਿਆਰੀ ਕੋਟੇ 'ਚੋਂ 30,000 ਰੁਪਇਆ ਇਹਨਾਂ ਨੂੰ ਇੱਕ ਦਿੱਤਾ। ਉਹ ਜਾਣੀ ਕਿ 74 ਸਾਲ ਕੱਲ੍ਹ ਹੋ ਜਾਣੇ ਆ ਦੇਸ਼ ਆਜ਼ਾਦ ਹੋਏ ਨੂੰ। 74 ਸਾਲਾਂ 'ਚ ਇੱਕ ਉਹ ਸਰਦਾਰ ਸੋਹਣ ਸਿੰਘ ਠੰਡਲ ਆ ਜਿਹਨੇ ਇਹਨਾਂ ਨੂੰ 30,000 ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਇੰਨੇ ਸਾਲਾਂ ਦੇ ਵਿੱਚ 74 ਸਾਲ ਹੋ ਗਏ ਦੇਸ਼ ਆਜ਼ਾਦ, 75ਵਾਂ ਆਪਾਂ ਮਨਾ ਰਹੇ ਹਾਂ। ਔਰ ਕਿੱਡੀ ਦੁੱਖ ਦੀ ਗੱਲ ਹੈ ਕਿ ਸਿਰਫ ਮਾਲੀ ਮਦਦ 30,000 ਰੁਪਏ ਦੀ ਸਰਕਾਰ ਦੇ ਖਾਤੇ 'ਚ ਹੋਈ। ਹਾਂਜੀ, ਮਤਲਬ 30,000 ਹੈ ਵੀ 30,000 ਨਾਲ ਤੁਸੀਂ ਦੇਖ ਲਓ ਵੀ ਕਿਸੇ ਦਾ ਘਰ ਦਾ ਗੁਜ਼ਾਰਾ ਚੱਲ ਪਊ। ਮਤਲਬ 30,000 ਉਹ ਵੀ 5 ਸਾਲ ਪਹਿਲੀ ਗੱਲ ਕਰ ਰਿਹਾ ਮੈਂ, ਉਸ ਤੋਂ ਬਾਅਦ। ਤੇ ਇੱਥੋਂ ਤੱਕ ਵੀ ਆ ਵੀ ਜਿੱਦਾਂ ਕਈ ਸਮਾਜ ਸੇਵੀ ਸੰਸਥਾਵਾਂ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਉਹ ਵੀ ਇਹਨਾਂ ਦੀ ਮਦਦ ਕਰ ਦੇਣ ਤਾਂ ਚੰਗੀ ਗੱਲ ਆ। ਪਹਿਲਾ ਫਰਜ਼ ਤਾਂ ਸਰਕਾਰ ਦਾ ਹੈ, ਬਿਲਕੁਲ ਸਰਕਾਰ ਨੂੰ ਹੀ ਕਰਨਾ ਚਾਹੀਦਾ, ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ, ਕਿਉਂਕਿ ਕੁਰਸੀਆਂ ਦਾ ਨਿੱਘ ਉਹ ਮਾਣ ਰਹੇ ਆ, ਉਹਨਾਂ ਦੇ ਫਰਜ਼ ਵੀ ਕੁਝ ਬਣਦੇ ਆ। ਇਕੱਲਾ ਬਣਨਾ ਹੀ ਮਤਲਬ ਥੋੜ੍ਹੀ ਹੁੰਦਾ। ਗਿਣਵੇਂ ਚੁਣਵੇਂ ਟੱਬਰ ਆ, ਨਾਲ ਇਹ ਕੋਈ ਬਹੁਤ ਗਿਣਤੀ ਥੋੜ੍ਹੀ ਆ, ਗਿਣਵੇਂ ਚੁਣਵੇਂ ਪਰਿਵਾਰ ਆ ਸ਼ਹੀਦਾਂ ਦੇ। ਇਹ ਉਹਨਾਂ ਦੇ ਫਰਜ਼ ਆ ਵੀ ਉਹਨਾਂ ਨੂੰ ਆਪਣੇ ਫਰਜ਼ ਸਮਝ ਕੇ ਇਹਨਾਂ ਲਈ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਸਰਕਾਰੀ ਪੈਨਸ਼ਨ ਇਹਨਾਂ ਨੂੰ ਲੱਗਣੀ ਚਾਹੀਦੀ ਆ, ਉਹਨਾਂ ਨੂੰ ਯਤਨ ਕਰਨਾ ਚਾਹੀਦਾ ਵੀ ਇਹਨਾਂ ਨੂੰ ਸਰਕਾਰੀ ਪੈਨਸ਼ਨ ਲੱਗੇ। ਅੱਛਾ ਭਾਈ, ਸ਼ਹੀਦਾਂ ਦੇ ਪਰਿਵਾਰਾਂ ਨੂੰ ਬਹੁਤ ਵਾਰ ਸੱਦਦੇ ਨੇ, ਸਨਮਾਨ ਵੀ ਹੁੰਦਾ ਹੈ, ਹੋਣਾ ਵੀ ਚਾਹੀਦਾ, ਕਿਉਂਕਿ ਦੇਸ਼ ਲਈ ਜਿਹਨੇ ਜਾਨ ਹੀ ਵਾਰ ਦਿੱਤੀ ਫਿਰ ਉਹਨੇ ਆਪਣਾ ਬਾਰੇ ਤਾਂ ਕੁਝ ਨਹੀਂ ਸੋਚਿਆ, ਸਾਡੇ ਬਾਰੇ ਹੀ ਸੋਚ ਗਏ। ਉਹ ਸਨਮਾਨ ਹੋਣਾ ਚਾਹੀਦਾ। ਇਸ ਪਰਿਵਾਰ ਨੂੰ ਕਦੀ ਕਿਸੇ ਪ੍ਰੋਗਰਾਮ 'ਤੇ ਨਹੀਂ ਸੱਦਿਆ, ਕਦੇ 15 ਅਗਸਤ ਤੇ ਆਜ਼ਾਦੀ ਦਿਹਾੜੇ ਦੇ ਉੱਤੇ ਕਦੀ ਯਾਦ ਨਹੀਂ ਕੀਤਾ, ਕਦੀ ਦੇਖਿਆ ਕਦੇ ਇੱਦਾਂ ਦਾ? ਇਹਨਾਂ ਨੂੰ ਸਰ ਆਇਆਂ ਨੂੰ 20 ਸਾਲ ਹੋਏ ਆ। 20-21 ਸਾਲਾਂ ਵਿੱਚ ਇਹਨਾਂ ਨੂੰ ਕਿਤੇ ਵੀ ਸੱਦਿਆ ਨਹੀਂ ਗਿਆ। ਮਤਲਬ ਪਹਿਲਾਂ ਭੋਪਾਲ ਰਹਿੰਦੇ ਸੀ, ਭੋਪਾਲ ਤੋਂ ਬਾਅਦ ਇਹਨਾਂ ਨੂੰ ਇੱਥੇ 21 ਸਾਲ ਹੋ ਗਏ। ਇੱਕ ਉਹੀ ਸਨਮਾਨ ਆ ਜਿਹੜਾ ਜਿੱਦਣ ਸ਼ਹੀਦ ਪਰਿਵਾਰ ਦਾ ਦਿਹਾੜਾ ਅਸੀਂ ਪਿੰਡ ਵਾਸੀ ਮਨਾਉਂਦੇ ਆ, ਉਦਣ ਕਰਦੇ ਆ। ਜਦੋਂ ਟੂਰਨਾਮੈਂਟ ਹੋਈਦਾ ਉਦੋਂ ਸਨਮਾਨ ਕਰੀਦਾ। ਸਰਕਾਰ ਵੱਲੋਂ ਕੋਈ ਸਨਮਾਨ ਨਹੀਂ ਹੈ ਹੁਣ ਤੱਕ, ਜਾਣੀ ਕਹਿ ਦਈਏ ਵੀ ਇੱਕ ਵੀ ਸਨਮਾਨ ਹੈ ਨਹੀਂ। ਤੁਸੀਂ ਦੇਖ ਲਓ ਇੱਥੇ ਕਿਤੇ ਪਿਆ ਹੋਵੇ ਸਰਕਾਰ ਦਾ, ਕਿਸੇ ਨੇ ਸੱਦਿਆ ਨਹੀਂ, ਕਿਸੇ ਨੇ ਬੁਲਾਇਆ ਨਹੀਂ। ਤਾਂ ਇਹ ਦੁੱਖ ਤਾਂ ਲੱਗਦਾ ਹੀ ਇਸ ਗੱਲਾਂ ਦਾ ਵੀ ਇੱਕ ਬੰਦਾ ਜਾਨ ਵਾਰ ਗਿਆ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾ। ਮਾਤਾ ਆਪਣੀ ਨੂੰ ਕਹਿ ਦਿੱਤਾ ਵੀ ਮੇਰੀ ਇਸ ਸ਼ਹੀਦੀ ਦਾ ਸੋਗ ਤੱਕ ਵੀ ਨਾ ਮਨਾਵੇ। ਬਿਲਕੁਲ ਭਾਈ, ਦੁੱਖ ਤਾਂ ਇੰਨਾ ਹੋ ਰਿਹਾ, ਇਹ ਵੀ ਹੋ ਰਿਹਾ ਨਾਲ ਵੀ ਜਿੱਦਾਂ ਹੁਣ ਅਸੀਂ ਦੇਖਦੇ ਹਾਂ। ਮਤਲਬ ਜੇ ਕੋਈ ਸਾਡੇ ਪਿੰਡ 'ਚੋਂ ਕੋਈ ਨਿਆਣਾ ਵੀ ਸੋਚੂਗਾ ਵੀ ਮੈਂ ਦੇਸ਼ ਲਈ ਮਰਨਾ, ਉਹ 100 ਵਾਰੀ ਸੋਚੂਗਾ ਵੀ ਮੈਂ ਮਰੂੰਗਾ ਤਾਂ ਮੇਰੇ ਪਰਿਵਾਰ ਦਾ ਵੀ ਇਹੋ ਜਿਹਾ ਹਾਲ ਹੋਣਾ। ਮਤਲਬ ਉਹ ਜਜ਼ਬਾ ਮਰ ਜਾਊਗਾ, ਜਿਹੜਾ ਦੇਸ਼ ਭਗਤੀ ਦਾ ਜਜ਼ਬਾ ਸੀ ਨਾ ਸ਼ਹੀਦ ਹਜ਼ਾਰਾ ਸਿੰਘ 'ਚ, ਜਾਂ ਉਹ ਤੋਂ ਗਾਹਾਂ ਆਉਣ ਵਾਲੀਆਂ ਜਨਰੇਸ਼ਨਾਂ 'ਚ ਇੱਦਾਂ ਦੇਖਦੇ ਕਿ ਉਹ ਮਰ ਜਾਣਾ ਕਿਸੇ ਦਿਨ। ਮਰ ਵੀ ਰਿਹਾ। ਜੇ ਮੇਰੀ ਗੱਲ ਕਰੋ ਤਾਂ ਮੈਂ, ਜੇ ਮੈਨੂੰ ਕਹੇ ਵੀ ਤੂੰ ਦੇਸ਼ ਲਈ ਮਰ ਜਾਂ ਕੁਰਬਾਨੀ ਦੇ, ਮੈਂ ਤਾਂ ਨਾ ਕਰੂੰਗਾ। ਕਿਉਂ ਕਰੂੰਗਾ? ਮੈਨੂੰ ਇਸ ਪਰਿਵਾਰ ਦੀ ਹਾਲਤ ਦਾ ਪਤਾ।
ਬਾਅਦ 'ਚ ਪੁੱਛਣਾ ਕਿੰਨੇ ਹੁੰਦੇ ਆ ਜਿਸ ਦੇਸ਼ ਲਈ ਕੁਰਬਾਨੀ ਕੀਤੀ ਉਹਦੇ ਹੁਕਮਰਾਨਾਂ ਨੇ ਪੁੱਛਣਾ ਜਿਹੜੇ ਦੇਸ਼ ਨੂੰ ਚਲਾ ਰਹੇ ਆ। ਜੇ ਉਹ ਪੁੱਛ ਨਹੀਂ ਰਹੇ ਤਾਂ ਉਹਨਾਂ 'ਚੋਂ ਜਜ਼ਬਾ ਆਉਣ ਵਾਲੀ ਜਨਰੇਸ਼ਨ 'ਚ ਕਿੱਥੋਂ ਰਹੂਗਾ। ਇੱਕ ਮੈਂ ਅਜੇ ਝਨੀਰ ਦੀ ਖਬਰ ਆ, ਉਹ ਅੱਜ ਤੋਂ 5-7 ਦਿਨ ਪਹਿਲਾਂ ਦੀ ਲੱਗੀ। ਉਹ ਮਾਈ ਦੀ ਉਹਦੀ 85 ਸਾਲ ਦੀ ਉਮਰ ਆ। ਉਹ ਕਹਿੰਦੀ ਜੇ ਮੈਨੂੰ ਪਤਾ ਹੁੰਦਾ ਵੀ ਮੇਰਾ ਇਹੀ ਹਾਲ ਹੋਣਾ ਮੇਰੇ ਪੁੱਤ ਤੋਂ ਬਾਅਦ। ਉਹ ਕਾਰਗਲ 'ਚ ਸ਼ਹੀਦ ਹੋਏ ਆ ਨਿਰਮਲ ਸਿੰਘ ਜੀ। ਕਹਿੰਦੀ ਮੈਂ ਆਪਣੇ ਪੁੱਤ ਨੂੰ ਕਦੀ ਵੀ ਭਰਤੀ ਨਾ ਹੋਣ ਦਿੰਦੀ ਜੇ ਮੈਨੂੰ ਪਤਾ ਹੁੰਦਾ ਵੀ ਮੇਰਾ ਐਂਡ 'ਚ ਇਹ ਹਾਲ ਹੋਣਾ ਉਹਦੇ ਸ਼ਹੀਦ ਹੋਣ ਤੋਂ ਬਾਅਦ। ਉਹ ਖਬਰ 'ਚ ਇਹ ਲਿਖਿਆ ਵੀ ਜੋ ਪੈਸਾ ਮਿਲਿਆ ਉਹ ਮੇਰੀ ਨੂੰਹ ਲੈ ਗਈ। ਤੇ ਉਹ ਇਸ ਵੇਲੇ ਆ ਮਨਰੇਗਾ ਵਾਲੇ ਪਾਸੇ ਜਾ ਕੇ ਉਹ ਦਿਹਾੜੀਆਂ ਕਰਦੀ ਤਾਂ ਉਹਦਾ ਗੁਜ਼ਾਰਾ ਹੋ ਰਿਹਾ। ਜਾਣੀ ਉਹ ਉਹਦੀ ਮਾਂ ਆ ਕਾਰਗਲ ਦੇ ਸ਼ਹੀਦ ਦੀ। ਉਹ ਆਪ ਕਹਿ ਰਹੀ ਆ ਬੰਦੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡੀਮੋਟੀਵੇਟ ਹੁੰਦਾ। ਉਹ ਕਹਿੰਦੀ ਆ ਵੀ ਮੈਂ ਜੇ ਮੈਨੂੰ ਪਤਾ ਹੁੰਦਾ ਮੇਰੀ ਇਹ ਹਾਲਤ ਹੋਣੀ ਮੈਂ ਆਪਣੇ ਮੁੰਡੇ ਨੂੰ ਫੌਜ 'ਚ ਨਾ ਭੇਜਦੀ। ਤੇ ਉਹੀ ਹਾਲਤ ਸਾਡੀ ਆ ਵੀ ਮੈਂ ਤਾਂ ਜਾਣੀ ਮੇਰੀ ਸੋਚ ਇਹ ਆ ਵੀ ਜੇ ਇਹਨਾਂ ਦੇ ਇਹ ਹਾਲ ਆ ਤੇ ਫਿਰ ਇਸ ਹਿਸਾਬ ਨਾਲ ਆਉਣ ਵਾਲੀ ਜਨਰੇਸ਼ਨ ਦਾ ਜਜ਼ਬਾ ਮਰ ਜਾਣਾ, ਜਿਹੜਾ ਕੁਰਬਾਨੀ ਵਾਲਾ ਮਤਲਬ ਦੇਸ਼ ਭਗਤੀ ਵਾਲਾ ਉਹ ਜਜ਼ਬਾ ਖਤਮ ਹੋ ਜਾਊਗਾ। ਇਹਨਾਂ ਦਾ ਗੁਜ਼ਾਰਾ ਭਾਜੀ ਕਿਵੇਂ ਚੱਲਦਾ? ਜੇ ਮੈਂ ਸਿੱਧੇ ਤੌਰ ਦੇ ਉੱਤੇ ਜੇ ਫਾਈਨੈਂਸ਼ੀਅਲੀ ਗੱਲ ਕਰਾਂ ਤਾਂ ਕਿਵੇਂ ਚੱਲਦਾ? ਸਾਰੇ ਤਾਂ ਰਿਸ਼ਤੇਦਾਰ ਹੀ ਆ, ਮੈਨੂੰ ਦਿੰਦੇ ਕਰਦੇ ਆ ਕੱਪੜੇ ਜਿਹੜੇ ਮੈਨੂੰ ਉਹ ਭੇਜਦੇ ਆ, ਜਦੋਂ ਕੋਈ ਚੀਜ਼ ਦੀ ਲੋੜ ਉਹ ਮੈਨੂੰ ਭੇਜ ਦਿੰਦੇ ਆ। ਸਾਰਾ ਗੁਜ਼ਾਰਾ ਬਹੁਤ ਔਖਾ ਹੈ। ਉਹਦਾ ਦਵਾਈ ਦਾਰੂ ਲਈ ਵੀ ਪੈਸਾ ਨਹੀਂ ਨਾ, ਕੁਛ ਨਹੀਂ ਸਾਡੇ ਕੋਲ। ਜਾਂ ਇਹ ਸਾਨੂੰ ਇਹਨਾਂ ਥੋੜ੍ਹੀ ਮਦਦ ਇਹ ਕਰਦੇ ਆ ਤੇ ਕੁਛ ਮੈਨੂੰ ਦਵਾਈ ਉੱਧਰੋਂ ਹੈਗੇ ਅੱਛਾ ਹੋਣੀ ਭਾਜ ਉਹਨੂੰ ਅੱਧੇ ਮੁੱਲ 'ਚ ਦਵਾਈ ਉਹ ਮੈਨੂੰ ਦਿੰਦੇ ਆ ਦਵਾਈ ਥੋੜ੍ਹੀ ਅੱਧੇ ਮੁੱਲ 'ਚ। ਇਸੇ ਕਾਰਨ ਕਰਕੇ ਭਾਜੀ ਵੀ ਸ਼ਹੀਦ ਹਜ਼ਾਰਾ ਸਿੰਘ ਹੋਰਾਂ ਦਾ ਪਰਿਵਾਰ ਹੈ ਸਾਡੀ ਜਥੇਬੰਦੀ 'ਚ ਹੀ ਆ। ਭਾਈ ਕਨ੍ਹਈਆ ਜੀ ਸੇਵਾ ਸੁਸਾਇਟੀ 'ਚ ਮੈਂਬਰ ਹੀ ਆ। ਫਿਰ ਜਦੋਂ ਉਹ ਜਾਂਦੇ ਉਹ ਕਹਿੰਦੇ ਵੀ ਜੋ ਵੀ ਦਵਾਈ ਆ ਤੁਹਾਨੂੰ ਅੱਧੇ ਮੁੱਲ 'ਤੇ ਮੈਂ ਦੇਵਾਂਗਾ। ਇਹ ਚਲੋ ਆਪਾਂ ਸੁਸਾਇਟੀ ਤੌਰ 'ਤੇ ਤਾਂ ਮਦਦ ਕਰਦੇ ਹਾਂ, ਉਹ ਆਪਣੇ ਤੌਰ 'ਤੇ ਵੀ ਅਛਰ ਸਿੰਘ ਆ ਭਾਮ ਦੁਕਾਨ ਉਹਨਾਂ ਦੀ ਪਾਸਾ ਖੜਾ ਆ, ਮੈਨੂੰ ਕੋਈ ਲੈ ਕੇ ਜਾਣੇ ਵਾਲਾ ਨਹੀਂ। ਬਸ ਮੈਂ ਚੱਲ ਨਹੀਂ ਸਕਦੀ, ਇੱਕ ਸੱਗ ਟੁੱਟਿਆ ਆ, ਹੁਣ ਮੈਨੂੰ ਕੋਈ ਲਿਜਾਣ ਵਾਲਾ ਨਹੀਂ। ਅੱਛਾ ਭਾਜੀ, ਤੁਹਾਡੇ ਆਪਾਂ ਜੋ ਗੇਟ ਦੀ ਐਂਟਰੈਂਸ ਦੇਖੀ ਤਾਂ ਉੱਥੇ ਗੇਟ ਵੀ ਉਹ ਬਣਾਇਆ, ਉਹ ਸਰਕਾਰ ਨੇ ਬਣਾ ਕੇ ਦਿੱਤਾ ਜਾਂ ਕਿਵੇਂ? ਉਹ ਭਾਜੀ ਸਾਡੇ ਪਿੰਡ ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਟਰਸਟ ਬਣਾਇਆ ਸੀ। ਅੱਛਾ ਜੀ। ਇਹ ਜਿਹੜੇ ਸਾਡੇ ਤੋਂ ਸਿਆਣੇ ਸੀ ਜਾਨੀ ਬਜ਼ੁਰਗ, ਉਹਨਾਂ 'ਚੋਂ ਕੁਛ ਚੜ੍ਹਾਈ ਵੀ ਕਰਕੇ ਕੁਛ ਅਜੇ ਹੈਗੇ ਆ ਲੁਧਿਆਣੇ ਰਹਿੰਦੇ ਆ। ਤੇ ਉਨੀ ਇਹ ਆਪਣੇ ਤੌਰ ਤੇ ਜਾਂ ਕਿਸੇ ਨੂੰ ਪ੍ਰੇਰ ਕੇ ਪਿੰਡ ਲੈਵਲ ਤੇ ਆਪਣਾ ਬਣਾਇਆ ਹੋਇਆ, ਫਿਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ। ਤੇ ਉਹ 35 ਸਾਲ ਹੋ ਗਏ ਉਹਨੂੰ, 30-35 ਸਾਲ ਬਣੇ ਨੂੰ। ਤੇ ਉਹ ਜਾਨੀ ਕਿ ਸਰਕਾਰ ਨੇ ਨਹੀਂ ਬਣਾਇਆ। ਅੱਛਾ, ਕਦੀ ਪਿੰਡ ਨੂੰ ਕੋਈ ਗ੍ਰਾਂਟ ਵੀ ਨਹੀਂ ਦਿੰਦੇ? ਕੋਈ ਸਪੈਸ਼ਲ ਆਉਂਦੀ ਹੈ ਵੀ ਇਹ ਸ਼ਹੀਦ ਦਾ ਪਿੰਡ ਹੈ, ਇਸ ਪਿੰਡ ਨੂੰ ਕੋਈ 4 ਪੈਸੇ ਵੱਧ ਦੇ ਦਈਏ? ਨਹੀਂ, ਇਸ ਤਰ੍ਹਾਂ ਦਾ ਵੀ ਕੋਈ ਲਾਭ ਨਹੀਂ। ਜੇ ਕਹੀਏ ਵੀ ਪਿੰਡ ਨੂੰ ਇਸ ਲੈਵਲ ਕਰਕੇ ਵੀ ਸ਼ਹੀਦ ਹਜ਼ਾਰਾ ਸਿੰਘ ਦਾ ਪਿੰਡ ਹੈ ਵੱਧ ਗ੍ਰਾਂਟ, ਇੱਦਾਂ ਦਾ ਵੀ ਕੁਛ ਨਹੀਂ। ਤੁਸੀਂ ਬਣਿਆ ਦੇਖੇ ਰਹੇ ਆ ਪਿੰਡ 'ਚ, ਕੋਈ ਸਪੈਸ਼ਲ ਚੀਜ਼ ਨਹੀਂ ਹੈ। ਮਤਲਬ ਉਹ ਗੇਟ ਵੀ ਪਿੰਡ ਵਾਲਿਆਂ ਨੇ ਬਣਾਇਆ। ਹੁਣ ਆਪਾਂ ਸਟੇਡੀਅਮ ਸ਼ਹੀਦ ਹਜ਼ਾਰਾ ਸਿੰਘ ਦੇ ਨਾਂ ਤੇ ਬਣਾਇਆ, ਉਹ ਚੱਲ ਰਿਹਾ ਕੰਮ ਉਹਦਾ। ਅੱਛਾ ਜੀ। ਉਹ ਵੀ ਬਾਹਰ ਆਪਣੇ ਜਿਹੜੇ NRI ਮੁੰਡੇ ਆ ਉਹਨਾਂ ਦੀ ਮਦਦ ਨਾਲ ਆਪਾਂ ਬਣਾ ਰਹੇ ਹਾਂ। ਚਲੋ ਘੱਟੋ ਘੱਟ ਉਹ ਤਾਂ ਸਾਰ ਲੈ ਰਹੇ ਨੇ ਪਰਿਵਾਰ ਦੀ ਸਮੇਂ ਦੇ ਉੱਤੇ ਆ ਕੇ। ਮਤਲਬ ਜਿੱਦਾਂ ਪਿਛਲੀ ਵਾਰੀ ਬਰਸੀ ਸੀ ਤੇ ਇੱਕ ਮੁੰਡੇ ਦਾ ਬਾਹਰੋਂ ਅਮਨ ਪ੍ਰੈਸ਼ਰ ਆ ਮੁੰਡਾ ਪੰਡਤਾਂ ਦਾ, ਉਹ ਅਮਰੀਕਾ ਗਿਆ। ਉਹਨੇ ਪੁੱਛਿਆ ਵੀ ਭਾਜੀ ਮੈਂ 10,000 ਦੀ ਮਦਦ ਕਰਨੀ, ਵੀ ਤੁਸੀਂ ਦੱਸੋ ਕਿੱਧਰ ਕਰਨੀ, ਸੁਸਾਇਟੀ 'ਚ ਕਰਨੀ ਜਾਂ ਕਿੱਥੇ ਕਰਨੀ? ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਯਾਰ ਸ਼ਹੀਦ ਪਰਿਵਾਰ ਨੂੰ ਜ਼ਿਆਦਾ ਜ਼ਰੂਰਤ ਆ, ਸਾਡੀ ਸੁਸਾਇਟੀ ਕੋ ਚਲਾਉਣ ਜੋਗਾ ਕੰਮ ਹੈਗਾ। ਤੇ ਫਿਰ ਉਹ ਜਿਹੜੇ ਪੈਸੇ ਸੀ ਫਿਰ ਉਹ 10,000 ਇਹਨਾਂ ਨੂੰ ਦਿੱਤਾ। ਜਾਣੀ ਆਪਾਂ ਕੋਸ਼ਿਸ਼ ਕਰੀਦੀ ਵੀ ਕਿਤੇ ਵੀ ਕੋਈ ਦੇਣਾ ਚਾਹੁੰਦਾ ਹੋਵੇ ਤਾਂ ਆਪਾਂ ਖਿੱਚ ਕੇ ਇਹਨਾਂ ਨੂੰ ਲੈ ਕੇ ਆਈਏ। ਅੱਛਾ ਭਾਜੀ, ਤੁਹਾਡਾ ਕੀ ਨਾਮ? ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਜੀ, ਸ਼ਹੀਦ ਹਜ਼ਾਰਾ ਸਿੰਘ ਦੇ ਪਿੰਡ ਦੇ ਤੁਸੀਂ ਨੌਜਵਾਨ ਹੋ, ਮਨ ਦੇ ਵਿੱਚ ਮੈਂ ਜਾਣਨਾ ਚਾਹੂੰਗਾ, ਆਜ਼ਾਦੀ ਦਾ ਆਨੰਦ ਤਾਂ ਅਸੀਂ ਮਾਣ ਰਹੇ ਹਾਂ, ਪਰ ਆਜ਼ਾਦੀ ਦਿਵਾਉਣ ਵਾਲਿਆਂ ਦੇ ਪਰਿਵਾਰਾਂ ਦੇ ਹਾਲਾਤ ਕੀ ਨੇ? ਔਰ ਇਸ ਤਸਵੀਰ ਨੂੰ ਜਦੋਂ ਦੇਖਦੇ ਹੋ ਜਾਂ ਜਦੋਂ ਸ਼ਹੀਦ ਹਜ਼ਾਰਾ ਸਿੰਘ ਹੋਰਾਂ ਦੀ ਗੱਲ ਆਉਂਦੀ ਜ਼ਿਹਨ ਦੇ ਵਿੱਚ, ਤਾਂ ਮਨ ਦੇ ਵਿੱਚ ਕੀ ਖਿਆਲ ਆਉਂਦੇ ਨੇ? ਜਦੋਂ ਭਾਜੀ ਅਸੀਂ ਇਹਨਾਂ ਦੀ ਫੋਟੋ ਦੇਖੀ ਦੀ ਆ, ਮਤਲਬ ਮਨ ਦੇ ਵਿੱਚ ਜਜ਼ਬਾ ਆਉਂਦਾ ਪੂਰਾ ਵੀ ਅਸੀਂ ਵੀ ਕੁਝ ਕਰੀਏ ਇੱਦਾਂ ਦੇਸ਼ ਦੇ ਲਈ। ਪਰ ਜਦੋਂ ਇਹਨਾਂ ਦੇ ਘਰਦਿਆਂ ਦੀ ਹਾਲਤ ਦੇਖੀ ਦੀ ਆ ਤਾਂ ਫਿਰ ਜਿੱਦਾਂ ਭਾਜੀ ਨੇ ਕਿਹਾ ਕਿ ਉਹ ਜਜ਼ਬਾ ਮਰ ਜਾਂਦਾ। ਮਤਲਬ ਅੰਦਰ ਜਜ਼ਬਾ ਤਾਂ ਹੁੰਦਾ ਆ, ਇੱਦਾਂ ਦੀ ਗੱਲ ਨਹੀਂ, ਪਰ ਜਦੋਂ ਉਹਨਾਂ ਘਰਦਿਆਂ ਦੀ ਹਾਲਤ ਦੀ ਜਾਂ ਸਰਕਾਰ ਪੁੱਛੇ ਹੀ ਨਾ ਤਾਂ ਫਿਰ ਕੀ ਕਰਾਂਗੇ ਨਾ। ਮਤਲਬ ਆਪਾਂ ਤਾਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਇਹਨਾਂ ਦੀ ਸਾਰ ਲੈਣੀ ਚਾਹੀਦੀ ਹੈ, ਜਿਹੜਾ ਵੀ ਇਸ ਹਲਕੇ ਦਾ MLA ਆ ਜਾਂ ਕੋਈ ਵੀ। ਲੱਗਦਾ ਨਹੀਂ ਵੀ ਇਹ ਦੁੱਖ ਵਾਲੀ ਗੱਲ ਹੈ, ਇੱਕ ਬੰਦਾ ਆਪਣਾ ਪਰਿਵਾਰ ਹੀ ਛੱਡ ਗਿਆ, ਦੇਸ਼ ਦੇ ਲਈ ਜਾਨ ਵਾਰ ਗਿਆ, ਤੇ ਅੱਜ ਉਹਨਾਂ ਦੇ ਪਰਿਵਾਰ ਰੋਲ ਰਹੇ ਨੇ। ਨਹੀਂ, ਦੁੱਖ ਵਾਲੀ ਗੱਲ ਤਾਂ ਹੈਗੀ ਆ ਭਾਜੀ, ਜਦੋਂ ਇਹਨਾਂ ਦੀ ਪਰਿਵਾਰ ਦੀ ਹਾਲਤ ਦੇਖੀ ਦੀ ਆ। ਮਤਲਬ ਤੁਸੀਂ ਵੀ ਦੇਖ ਰਹੇ ਆ ਵੀ ਘਰ ਦੇ ਵਿੱਚ ਬਸ 2 ਹੀ ਜਾਣੇ ਬੇਟਾ ਹੈ ਉਹਨਾਂ ਦੇ, ਦੋਨਾਂ ਦੀ ਹਾਲਤ ਠੀਕ ਨਹੀਂ ਹੈ। ਮਤਲਬ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ, ਤਾਂ ਬਹੁਤ ਹੀ ਔਖੀ ਹਾਲਤ ਆ, ਤਾਂ ਦੁੱਖ ਤਾਂ ਹੁੰਦਾ ਹੀ ਹੈ। ਭਾਈ ਤੁਸੀਂ ਕੀ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹੋ? ਹੁਣ ਪਰਿਵਾਰ ਦੇ ਹਾਲਾਤ ਵੀ ਦੇਖੇ ਨੇ, ਬੇਹੱਦ ਮੰਦਹਾਲੀ ਦੇ ਵਿੱਚ ਹੈ, ਬਜ਼ੁਰਗ ਹੈ, ਔਰ ਜਿਹੜਾ ਬੇਟਾ ਉਹ ਵੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋ ਚੁੱਕਿਆ, ਉਹ ਵੀ ਬਿਮਾਰ ਹੈ।
ਤਾਂ ਅਜਿਹੇ ਹਾਲਾਤਾਂ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣਨ ਵਾਲੇ ਬਹੁਤ ਸਾਰੇ ਲੋਕ ਨੇ। ਪੂਰਾ ਹਿੰਦੁਸਤਾਨ ਆਜ਼ਾਦ ਭਾਰਤ ਦਾ ਵਾਸੀ ਜਿੰਨੇ ਵੀ ਇਸ ਵੀਡੀਓ ਨੂੰ ਜੇ ਦੇਖ ਰਹੇ ਨੇ, ਤਾਂ ਸਰਕਾਰ ਦਾ ਵੀ ਕੋਈ ਨਾ ਕੋਈ ਵਿੱਚ ਹੋਊਗਾ ਜਿਹੜਾ ਦੇਖ ਰਿਹਾ ਹੋਊਗਾ। ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ? ਅਸੀਂ ਭਾਜੀ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਇਹਨਾਂ ਦਾ ਜਿਹੜਾ ਦੋਹਾਂ ਦਾ ਜੋ ਵੀ ਦਵਾ ਦਾਰੂ ਆ, ਜੋ ਵੀ ਡਾਕਟਰੀ ਸਹੂਲਤ ਹੈ, ਇਹਨਾਂ ਨੂੰ ਫ੍ਰੀ ਮਿਲੇ। ਇਹਨਾਂ ਦਾ ਪਾਣੀ ਦਾ ਬਿੱਲ ਫ੍ਰੀ ਹੋਵੇ। ਇਹ ਤੋਂ ਇਲਾਵਾ ਹੋਰ ਵੀ ਜੋ ਘਰੇਲੂ ਸਹੂਲਤਾਂ ਦੇ ਸਕਦੇ ਉਹ ਦੇਣ। ਇਹ ਤੋਂ ਇਲਾਵਾ ਇਹਨਾਂ ਨੂੰ ਕਿਸੇ ਘਰ ਦੇ ਇੱਕ ਮੈਂਬਰ ਨੂੰ ਪੈਨਸ਼ਨ ਸਰਕਾਰੀ ਜ਼ਰੂਰ ਮਿਲਣੀ ਚਾਹੀਦੀ ਆ। ਉਹ ਤੋਂ ਬਿਨਾਂ ਦਾ ਇਹਨਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਆ। ਅੱਛਾ ਮਾਤਾ, ਇੱਕ ਘਰ ਦੀ ਛੱਤ ਡਿੱਗਣ ਦਾ ਵੀ ਖਤਰਾ ਹੈਗਾ ਤੁਹਾਨੂੰ? ਘਰ ਡਿੱਗਣ ਦਾ ਛੱਤ ਡਿੱਗਣ ਦਾ ਵੀ ਖਤਰਾ ਲੱਗਦਾ ਜਦੋਂ ਮੀਂਹ ਮੂੰਹ ਆਉਂਦਾ? ਹਾਂ ਲੱਗਦਾ ਹੈ। ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ, ਕਹਿਣਾ ਚਾਹੁੰਦੇ ਕੁਝ? ਸਰਕਾਰ ਨੇ ਸਾਨੂੰ ਹੁਣ ਤੁਸੀਂ ਬੋਲੋ, ਇਹ ਤਾਂ ਬੋਲਿਆ ਨਹੀਂ ਹੁੰਦਾ। ਤਾਂ ਬਜ਼ੁਰਗ ਨੇ ਬਹੁਤ ਮੁਸ਼ਕਲਾਂ ਦੇ ਨਾਲ ਇਹ ਪਰਿਵਾਰ ਜੂਝ ਰਿਹਾ। ਅੱਜ ਵੀ ਕੱਚਾ ਵਿਹੜਾ ਹੈ ਔਰ ਬਾਲਿਆਂ ਵਾਲੀ ਛੱਤ ਹੈ। ਦੱਸਦੇ ਨੇ ਵੀ ਜਦੋਂ ਮੀਂਹ ਆਉਂਦਾ ਹੈ ਤੇ ਘਰ ਦੇ ਅੰਦਰ ਤੱਕ ਸਾਰੇ ਪਾਣੀ ਚਲਾ ਜਾਂਦਾ ਹੈ ਔਰ ਛੱਤਾਂ ਜਿਹੜੀਆਂ ਉਹ ਵੀ ਚੋਂਦੀਆਂ ਨੇ। ਤਾਂ ਹਰ ਸਮੇਂ ਖਤਰਾ ਸਿਰ ਦੇ ਉੱਤੇ ਮੰਡਰਾਉਂਦਾ ਰਹਿੰਦਾ ਹੈ ਕਿ ਕਿਤੇ ਇਹ ਛੱਤ ਡਿੱਗ ਨਾ ਜਾਵੇ। ਜਿਵੇਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ, ਭਾਈ ਸਾਹਿਬ ਨੇ ਵੀ ਦੱਸਿਆ ਹੈ ਵੀ ਕੁਝ ਬਾਲੇ ਤਾਂ ਵਿੱਚੋਂ ਬਿਲਕੁਲ ਖਰਾਬ ਹੀ ਹੋ ਚੁੱਕੇ ਨੇ ਔਰ ਪਤਾ ਨਹੀਂ ਕਦੋਂ ਕੋਈ ਇੱਥੇ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜਾਵੇ। ਤਾਂ ਅੱਜ ਆਜ਼ਾਦੀ ਘੁਲਾਟੀਏ ਸ਼ਹੀਦ ਹਜ਼ਾਰਾ ਸਿੰਘ ਹੋਰਾਂ ਦੇ ਪਰਿਵਾਰ ਦੀ ਹਾਲਤ ਤੁਹਾਨੂੰ ਦਿਖਾਉਣ ਦਾ ਮਕਸਦ ਇਹੀ ਸੀ, ਕਿਉਂਕਿ ਅੱਜ ਅਸੀਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ, ਖੁਸ਼ੀਆਂ ਮਨਾ ਰਹੇ ਹਾਂ। ਪਰ ਆਜ਼ਾਦੀ ਦਿਵਾਉਣ ਵਾਲੇ, ਸਾਨੂੰ ਗੁਲਾਮੀ ਦੀਆਂ ਜੰਜੀਰਾਂ 'ਚੋਂ ਕੱਢਣ ਵਾਲੇ ਸ਼ਹੀਦ, ਉਹਨਾਂ ਦੇ ਪਰਿਵਾਰ ਅੱਜ ਕਿਸ ਦੁੱਖ ਦੇ ਨਾਲ ਜੂਝ ਰਹੇ ਨੇ, ਕਿੰਨਾ ਮੁਸੀਬਤਾਂ ਨੂੰ ਆਪਣੇ ਪਿੰਡੇ ਦੇ ਉੱਤੇ ਹੰਢਾ ਰਹੇ ਨੇ। ਤਾਂ ਸਰਕਾਰਾਂ ਦੇ ਅੱਗੇ ਵੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਸ਼ਹੀਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਜੋ ਵੀ ਸਰਕਾਰੀ ਪੱਧਰ ਦੇ ਉੱਤੇ ਇਹਨਾਂ ਦਾ ਬਣਦਾ ਮਾਣ ਸਨਮਾਨ ਹੈ ਉਹ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਆਪਣੀ ਪਰਵਾਹ ਨਾ ਕੀਤੀ ਹੋਏ। ਜਿਵੇਂ ਕਿ ਸ਼ਹੀਦ ਹਜ਼ਾਰਾ ਸਿੰਘ ਜੀ ਹੋਰਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਸ਼ਰਤਾਂ ਵੀ ਰੱਖੀਆਂ ਗਈਆਂ ਸਜ਼ਾ ਮੁਆਫੀ ਦੇ ਲਈ, ਤੇ ਨਾ ਤਾਂ ਮਾਂ ਨੇ ਅੰਗਰੇਜ਼ਾਂ ਦੀ ਈਨ ਮੰਨੀ ਸੀ ਤੇ ਨਾ ਹੀ ਸ਼ਹੀਦ ਹਜ਼ਾਰਾ ਸਿੰਘ ਦੇ ਵੱਲੋਂ ਈਨ ਮੰਨੀ। ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਮੈਂ ਇਸ ਦੇਸ਼ ਦੇ ਲੇਖੇ ਜਿੰਦ ਤੇ ਜਾਨ ਲਾਉਣੀ ਹੈ, ਮੈਨੂੰ ਫਾਂਸੀ ਦਿਓ। ਔਰ ਵੱਡੀ ਗੱਲ ਹੈ ਕਿ ਆਖਰੀ ਮੁਲਾਕਾਤ ਕਰਨਾ ਹੀ ਆਪਣੀ ਮਾਂ ਨੂੰ ਵੀ ਇਹੀ ਸੁਣਿਆ ਦੇ ਕੇ ਘਰੇ ਭੇਜਿਆ ਕਿ ਮੇਰੇ ਮੌਤ ਤੋਂ ਬਾਅਦ, ਮੇਰੀ ਸ਼ਹੀਦੀ ਤੋਂ ਬਾਅਦ ਘਰ ਦੇ ਵਿੱਚ ਕਿਸੇ ਦਾ ਵੀ ਅੱਖ ਦੇ ਵਿੱਚੋਂ ਹੰਝੂ ਨਹੀਂ ਬਹਿਣਾ ਚਾਹੀਦਾ ਔਰ ਨਾ ਹੀ ਮੇਰੇ ਮਰਨ ਤੋਂ ਬਾਅਦ ਮਕਾਨਾਂ ਹੀ ਆਉਣੀਆਂ ਚਾਹੀਦੀਆਂ ਨੇ। ਤਾਂ ਐਡੀ ਦੇਸ਼ ਭਗਤੀ, ਐਡਾ ਜਜ਼ਬਾ ਰੱਖਣ ਵਾਲੇ ਸ਼ਹੀਦ ਹਜ਼ਾਰਾ ਸਿੰਘ ਜੀ ਹੋਰਾਂ ਦੇ ਪਰਿਵਾਰ ਦੇ ਹਾਲਾਤ ਤੁਸੀਂ ਦੇਖੇ ਨੇ। ਅਪੀਲ ਇੱਕ ਵਾਰ ਫਿਰ ਸਰਕਾਰ ਨੂੰ ਇਹੀ ਹੈ ਕਿ ਪਰਿਵਾਰ ਦੀ ਸਾਰ ਜਲਦ ਤੋਂ ਜਲਦ ਲਈ ਜਾਵੇ ਔਰ ਜੋ ਵੀ ਬਣਦਾ ਮਾਨ ਸਨਮਾਨ ਹੈ ਇਸ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਣਾ ਚਾਹੀਦਾ ਹੈ। ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਜੰਗਲੀਆਣਾ।